बिस्मिल्लाहिर्रहमानिर्रहीम। अस्सलाम वालेकुम। आज मैं तुहाडे सामने अपनी एक कहानी पेश कर रही हाँ। ये एक अंग्रेज़ औरत की कहानी है और ये कहानी पेश करन तो पहला मैं ज़रूर ये गल कहांगी कि तुसी इस कहानी नूं पूरा सुनना है और फिर जिहड़े नतीजे ते अपड़ो या तुहाडे एहसास दा बूहा अगर ये कहानी खटकाए तो तुसी अपना जिहड़ा महसूसात ने अपने जड़े उन्होंने कमेंट्स ज़रूर दसना कि तुहाडे अंदर ये कहानी पढ़ के जड़ा दीवा बलिया है या जड़ा कहानी का पूरा मंजरनामा है वो की है, उहदे तुसी की महसूस है। कहानी का नाम है दारू। ਇਹ ਉਹਨਾਂ ਦਿਹਾੜਿਆਂ ਦੀ ਗੱਲ ਹੈ ਜਦੋਂ ਮੈਂ ਲੰਡਨ ਦੇ ਇੱਕ ਨਿੱਕੇ ਜਿਹੇ ਫਲੈਟ ਵਿੱਚ ਕੱਲਮ ਕੱਲੀ ਰਹਿੰਦੀ ਸਾਂ। ਆਖਣ ਨੂੰ ਤੇ ਇਹ ਬਸ 6-7 ਮਹੀਨੇ ਸਨ, ਪਰ ਇਸ ਵਿਚਕਾਰ ਮੈਂ ਹਯਾਤੀ ਦੀਆਂ ਜਿਹੜੀਆਂ ਔਕੜਾਂ 'ਚੋਂ ਲੰਘੀ ਤੇ ਲੁਕਾਈ ਦੇ ਜਿਹੜੇ ਰੰਗ ਟੰਗ ਵੇਖੇ ਉਹ ਸਾਰੀ ਉਮਰ ਦੀਆਂ ਔਕਤਾਂ ਤੋਂ ਬਹੁਤੇ ਸਨ। ਮਹੀਨੇ ਵਿੱਚ ਇੱਕ ਆਧ ਵਾਰ ਮੇਰਾ ਭਨੇਵਾ ਜਿਹੜਾ ਤਾਂ ਉੱਥੇ ਪੜ੍ਹਨ ਗਿਆ ਹੋਇਆ ਸੀ, 1-2 ਦਿਨਾਂ ਲਈ ਮੇਰੇ ਵੱਲ ਆ ਜਾਂਦਾ ਤੇ ਚੁੱਪ ਚੁਪੀਤਾ ਘਰ ਬੋਲਣ ਲੱਗ ਪੈਂਦਾ। मेरे कोल कोई काम सी ना कोई जिम्मेवारी। कई बारी कई दिहाड़े मैं ठंडे ठार मौसम दियां शिद्दतां ते इकलापे दियां वहशतां विच गवाची इंज बिस्तर दी नुकरे लगी रहिंदी जिवें जीवत बंदी ना होवां, कोई शै होवां। इकलापा उदों होर डंगण लग पैंदा जद बंदा उक्का वेला होवे, यानी उहदे कोल कोई काम ही ना होवे। कई बारी ते लगदा मैं भी उस फ्लैट दी कोई कंध वांग आ ਜਿਹੜੀ बस अपनी ਥਾਂ ਤੇ ਖਲੋਤੀ ਏ, ਨਾ ਹਿਲਜੁਲ ਨਾ ਰੌਲਾ ਸ਼ੌਲਾ। ਵੇਖਣ ਨੂੰ ਮੈਂ ਦਿਨ ਦਾ ਬਹੁਤਾ ਐਸਾ ਟੀਵੀ ਦੇ ਸਾਹਮਣੇ ਬੈਠੀ ਰਹਿੰਦੀ, ਪਰ ਮੇਰਾ ਧਿਆਨ ਕਿਧਰੇ ਹੋਦਰ ਅਪੜਿਆ ਹੁੰਦਾ। ਟੀਵੀ ਤੇ ਮੰਜ਼ਰ ਬਦਲਦੇ ਰਹਿੰਦੇ, ਪਰ ਮੈਂ ਖਾਲੀ ਅੱਖਾਂ ਵਿੱਚ ਪੁੰਗਰ ਦੇ ਖਿਆਲਾਂ ਪਿੱਛੇ ਭੱਜਦੀ ਰਹਿੰਦੀ। ਭੁੱਖ ਤੇ ਤਰੇ ਰੌਲਾ ਪਾਉਣ ਲੱਗਦੀ ਤਾਂ ਮੈਂ ਰਸੋਈ ਵੱਲ ਟੁੱਕਦੀ। ਰਾਤਾਂ ਯਾਦਾਂ ਦੀ ਗਿਣਤੀ ਪਹਾ ਕੇ ਵਿਛੋੜਾ ਸੇਕਦਿਆਂ ਗੁਜ਼ਾਰ ਦਿੰਦੀ। ਮੇਰੇ ਸੱਕੇ ਮੇਰੇ ਭੈਣ ਭਰਾ ਤੇ ਬਾਲ ਬੱਚੇ ਮੈਥੋਂ ਦੂਰ ਸਨ। ਉਹਨਾਂ ਦੀ ਯਾਦ ਵੀ ਆਉਂਦੀ ਸੀ, ਪਰ ਬਹੁਤੇ ਦੁੱਖ ਉਹਨਾਂ ਆਪਣਿਆਂ ਨਾਲ ਜੁੜੇ ਸਨ ਜਿਨ੍ਹਾਂ ਦੀਆਂ ਸਾਜ਼ਿਸ਼ਾਂ ਕਾਰਨ ਮੈਨੂੰ ਆਪਣਾ ਦੇਸ਼ ਛੱਡ ਕੇ ਪਰਾਏ ਦੇਸ਼ ਤੇ ਓਪਰੇ ਲੋਕਾਂ ਕੋਲ ਪਨਾਹ ਲੈਣੀ ਪਈ। ਜਦੋਂ ਵੀ ਸੋਚਦੀ ਖੂਨ ਖੋਲਣ ਲੱਗ ਪੈਂਦਾ। ਜਾਗਦੀ ਅੱਖੀਂ ਲੌਂਜ ਦੀਆਂ ਕੰਧਾਂ 'ਤੇ ਸੁਫਨੇ ਟੰਗਦੀ ਰਹਿੰਦੀ ਜਦੋਂ ਮੇਰੇ ਦੇਸ਼ ਵਿੱਚ ਸੂਝ ਸਿਆਣਪ ਦਾ ਰਾਜ ਹੋਵੇਗਾ। ਵੱਖਰਾ ਅਕੀਦਾ ਰੱਖਣ ਅਤੇ ਸੱਚੀ ਗੱਲ ਕਰਨ ਵਾਲਿਆਂ 'ਤੇ ਫਤਵੇ ਲੱਗਣਗੇ, ਨਾ ਹੀ ਉਹਨਾਂ ਦੇ ਮੱਥੇ 'ਤੇ ਦੇਸ਼ ਦੁਸ਼ਮਣੀ ਦਾ ਲੇਬਲ ਲਾ ਕੇ ਉਹਨਾਂ ਨੂੰ ਦੇਸ਼ ਛੱਡਣ 'ਤੇ ਮਜਬੂਰ ਕੀਤਾ ਜਾਵੇਗਾ। ਟੀਵੀ ਦੇ ਬੋਰ ਪ੍ਰੋਗਰਾਮਾਂ ਤੋਂ ਅੱਕ ਜਾਂਦੀ ਤੇ ਬਾਰੀ ਖੋਲ੍ਹ ਕੇ ਆਉਂਦੇ ਜਾਂਦੇ ਲੋਕਾਂ ਨੂੰ ਵੇਖਦੀ ਰਹਿੰਦੀ। ਹੌਲੀ ਹੌਲੀ ਮੈਂ ਦਿਹਾੜ ਦਾ ਬਹੁਤਾ ਹਿੱਸਾ ਫੁੱਟਪਾਥ 'ਤੇ ਫਿਰ ਕੇ ਲੰਘਾਉਣ ਲੱਗ ਪਈ। ਇਹ ਮੇਰੀ ਵਾਕ ਵੀ ਸੀ ਤੇ ਲੁਕਾਈ ਵਿੱਚ ਗਵਾਚ ਕੇ ਇਕਲਾਪੇ ਨੂੰ ਮੁਕਾਉਣ ਦਾ ਤਰਲਾ ਵੀ। ਮੈਂ ਜਿਸ ਗਲੀ ਵਿੱਚ ਰਹਿੰਦੀ ਸਾਂ ਉੱਥੇ ਇੱਕ ਨੁਕਰੇ ਲੇਅਰ ਏਰੀਆ ਸੀ ਜਿੱਥੇ 8-10 ਬੈਂਚ ਲੱਗੇ ਹੋਏ ਸਨ। ਉਦੋਂ ਉੱਥੇ ਇੱਕ ਅਜਿਹੇ ਗਰੁੱਪ ਦਾ ਕਬਜ਼ਾ ਸੀ ਜਿਨ੍ਹਾਂ ਦਾ ਹੁਲੀਆ, ਚਾਲ ਢਾਲ ਅਤੇ ਕੰਮਕਾਜ ਆਮ ਲੁਕਾਈ ਤੋਂ ਬਹੁ ਹਟ ਕੇ ਸਨ। ਇਸ ਗਰੁੱਪ ਵਿੱਚ ਇੱਕ 32 ਕੁ ਵਰ੍ਹੇ ਦੀ ਜ਼ਨਾਨੀ, 2 ਜਵਾਨ ਕੁੜੀਆਂ ਅਤੇ 8-40 ਤੋਂ 50 ਤੀਕਰ ਦੀ ਉਮਰ ਦੇ ਮਰਦ ਸਨ। ਕੁਝ ਦੇ ਰੰਗ ਦੁੱਧ ਚਿੱਟੇ ਅਤੇ ਕੁਝ ਦੇ ਕਾਲੇ ਤੂਤ। ਵੱਖੋ ਵੱਖ ਉਮਰਾਂ, ਰੰਗਾਂ ਅਤੇ ਨਸਲਾਂ ਦੇ ਇਹਨਾਂ ਵੱਖ-ਵੱਖ ਪਿਛੋਕੜ ਰੱਖਣ ਵਾਲਿਆਂ ਵਿੱਚ ਇੱਕ ਸ਼ੈ ਸਾਂਝੀ ਸੀ ਕਿ ਉਹ ਸਭ ਆਦੀ ਨਸ਼ਈ ਸਨ ਅਤੇ ਐਸਾ ਕਰਨ ਦੀ ਹਰ ਇੱਕ ਕੋਲ ਇੱਕ ਚੰਗੀ ਵਜ੍ਹਾ ਅਤੇ ਸੁਥਰਾ ਜਵਾਬ ਸੀ। ਇਹ ਸਭ ਦੁਨੀਆ ਤੋਂ ਅੱਕੇ ਹੋਏ ਲੋਕ ਸਨ, ਪਰ ਉਹਨਾਂ ਦੇ ਵਿਹਾਰ ਅਤੇ ਗੱਲਬਾਤ ਵਿੱਚ ਨਫ਼ਰਤ ਨਹੀਂ ਸੀ। ਬਸ ਉਹ ਲਿੱਸੇ ਤੇ ਡਰੇ ਹੋਏ ਲੋਕ ਸਨ। ਉਹਨਾਂ ਨਾਲ ਬਾਰ-ਬਾਰ ਟਾਕਰਾ ਹੋਣ ਪਾਰੋਂ ਮੈਨੂੰ ਉਹਨਾਂ ਦੇ ਹੁਲੀਏ ਤੀਕ ਜ਼ਬਾਨੀ ਯਾਦ ਹੋ ਚੁੱਕੇ ਸਨ। ਇੱਕ ਦਿਹਾੜ ਪੇਸ਼ੀ ਵੇਲੇ ਮੈਂ ਸੋਫੇ 'ਤੇ ਟੀਵੀ ਵੇਖਦੀ ਸੌਂ ਗਈ।
ਅਚਨਚੇਤ ਕਿਸੇ ਨੇ ਬੂਹੇ ਨੂੰ ਜ਼ੋਰ ਨਾਲ ਇੰਜ ਖੜਕਾਇਆ ਜਿਵੇਂ ਪਾਣੀ ਛੱਡੇਗਾ। ਮੈਂ ਹਾਬੜ ਕੇ ਉੱਠੀ ਤੇ ਇਹ ਸੋਚਦੀ ਕਿ ਮੇਰੇ ਘਰ ਤੇ ਕੋਈ ਵੀ ਆਂਦਾ ਜਾਂਦਾ ਨਹੀਂ। ਫਿਰ ਇਸ ਵੇਲੇ ਇਹ ਕੌਣ ਆ ਗਿਆ ਹੈ? ਬੂਹਾ ਖੋਲ੍ਹਣ ਤੋਂ ਪਹਿਲਾਂ ਉੱਚੀ ਆਵਾਜ਼ ਵਿੱਚ ਪੁੱਛਿਆ, ਕੌਣ ਹੈ? ਅੱਗੋਂ ਕਿਸੇ ਜਵਾਬ ਨਾ ਦਿੱਤਾ, ਬਸ ਬੂਹਾ ਪਟਕਾਉਂਦਾ ਰਿਹਾ। ਲੱਗਦਾ ਸੀ 5-7 ਹੱਥ ਬੂਹਾ ਪਟਕਾ ਰਹੇ ਨੇ। ਝਕਦੀ ਜਾ ਕੇ ਬੂਹਾ ਖੋਲ੍ਹਿਆ ਤੇ ਹੈਰਾਨ ਹੀ ਰਹਿ ਗਈ। ਸਾਹਮਣੇ ਖਲੋਤੇ ਗੰਦੇ ਤਰੱਕੇ ਓਪਰੇ ਬੰਦਿਆਂ ਨੂੰ ਵੇਖ ਕੇ ਮੈਂ ਜਾਣ ਕੇ ਬੂਹੇ ਦੇ ਇੱਕ ਪੱਟ ਨੂੰ ਢੋ ਕੇ ਰੱਖਿਆ ਤਾਂ ਜੇ ਕੋਈ ਵੀ ਅੰਦਰ ਨਾ ਵੜ ਸਕੇ। ਕੀ ਤਕਨੀਆਂ ਉਸੇ ਗਰੁੱਪ ਦੀ ਜ਼ਨਾਨੀ ਸਾਹਮਣੇ ਖਲੋਤੀ ਹੈ ਤੇ ਉਹਦੇ ਪਿੱਛੇ ਉਹਦੇ 2 ਬੇਲੀ ਵੀ ਨਜ਼ਰਾਂ ਨੀਵੀਆਂ ਕੀਤੀਆਂ ਖਲੋਤੇ ਸਗੋਂ ਡਿੱਗੇ ਪਏ ਦਿਸਦੇ ਸਨ। ਉਹਨੇ ਐਵੇਂ ਇੱਧਰ ਉੱਧਰ ਦੀਆਂ ਗੱਲਾਂ ਤੇ ਬੇਤੁਕੇ ਸਵਾਲ ਸ਼ੁਰੂ ਕਰ ਦਿੱਤੇ। ਫਲਾਣਾ ਬੰਦਾ ਕਿਹੜੇ ਫਲੈਟ 'ਚ ਰਹਿੰਦਾ ਹੈ? ਇੱਥੇ ਪਹਿਲਾਂ ਉਹਦੀ ਫਲਾਣੀ ਸਖੀ ਰਹਿੰਦੀ ਸੀ, ਉਹ ਕਿੱਧਰ ਗਈ? ਤੂੰ ਕਦੋਂ ਇੱਥੇ ਆਈ? ਐਨੇ ਚਿਰ ਵਿੱਚ ਦੋਵੇਂ ਭਾਈ ਮੈਨੂੰ ਧੱਕਾ ਦਿੰਦੇ ਹੋਏ ਬੂਹੇ ਦਾ ਦੂਜਾ ਪੱਟ ਜ਼ੋਰਾ ਜ਼ੋਰੀ ਖੋਲ੍ਹ ਕੇ ਅੰਦਰ ਆਏ ਤੇ ਨੱਸਦੇ ਹੋਏ ਗੁਸਲਖਾਨੇ ਵਿੱਚ ਵੜ ਗਏ। ਥੋੜ੍ਹਾ ਚਿਰ ਪਹਿਲਾਂ ਤੇ ਮੋਏ ਮਿੱਟੇ ਲੱਗਦੇ ਸਨ, ਹੁਣ ਐਡੇ ਤਿਰਖੇ ਕਿਵੇਂ ਨੱਸ ਕੇ ਆ ਗਏ? ਮੈਂ ਹੈਰਾਨ ਹੁੰਦੀ ਉਹਨਾਂ ਦੇ ਪਿੱਛੇ ਆਈ ਤੇ ਇਹ ਸੋਚ ਕੇ ਕਿ ਉਹਨਾਂ ਗੁਸਲਖਾਨਾ ਵਰਤਣਾ ਹੋਵੇਗਾ ਲਾਉਂਜ ਵਿੱਚ ਹੀ ਰੁਕ ਗਈ। ਉਹ ਜ਼ਨਾਨੀ ਬਾਹਰ ਹੀ ਖਲੋਤੀ ਰਹੀ, ਪਰ ਮੇਰੇ ਲਈ ਇਹ ਗੱਲ ਬਹੁਤ ਅਜੀਬ ਸੀ ਕਿ ਉਹ ਦੋਵੇਂ ਇਕੱਠੇ ਹੀ ਗੁਸਲਖਾਨੇ ਵਿੱਚ ਵੜ ਗਏ ਸਨ। ਕੁਝ ਚਿਰ ਮਗਰੋਂ ਉਹ ਗੁਸਲਖਾਨੇ 'ਚੋਂ ਨਿਕਲੇ ਤੇ ਮੇਰੇ ਵੱਲੋਂ ਤੱਕੇ ਬਿਨਾਂ ਬਾਹਰ ਵੱਲ ਭੱਜ ਗਏ। ਮੈਂ ਛੇਤੀ ਨਾਲ ਬੂਹਾ ਬੰਦ ਕਰਕੇ ਗੁਸਲਖਾਨੇ ਵਿੱਚ ਝਾਤੀ ਪਾਈ ਤੇ ਹੱਕੀ ਬੱਕੀ ਰਹਿ ਗਈ, ਕਿਉਂ ਜੇ ਉੱਥੋਂ ਉਹ ਮੇਰੇ ਭਨੇਵੇਂ ਦਾ ਸ਼ੇਵਿੰਗ ਦਾ ਸਭ ਸਮਾਨ ਤੇ ਸ਼ੈਂਪੂ ਚੁੱਕ ਕੇ ਲੈ ਗਏ ਸਨ। ਉਹ ਐਨੀ ਛੇਤੀ ਬਾਹਰ ਵੱਲ ਨੱਠੇ ਕਿ ਮੈਂ ਵੇਖ ਹੀ ਨਾ ਸਕੀ ਕਿ ਕੀ ਕੁਝ ਚੁੱਕ ਕੇ ਲੈ ਗਏ ਨੇ। ਖੌਰੇ ਹੋਰ ਵੀ ਕਈ ਸ਼ੈਵਾਂ ਚੁੱਕ ਕੇ ਲੈ ਗਏ ਹੋਣ। ਮੈਂ ਕਿਹੜਾ ਬਾਥਰੂਮ ਦੀਆਂ ਛੱਤੀਆਂ ਤੇ ਦਰਾਜ਼ਾਂ ਵਿੱਚ ਗਿਣ ਕੇ ਸ਼ੈਵਾਂ ਰੱਖਣੀਆਂ। ਪਰ ਇਹ ਮੈਨੂੰ ਪੱਕ ਸੀ ਕਿ ਸ਼ੈਵਾਂ ਉਹਨਾਂ ਸ਼ਰਟਾਂ ਦੇ ਅੰਦਰ ਤੇ ਬੋਝਿਆਂ ਵਿੱਚ ਲੁਕਾਈਆਂ ਹੋਈਆਂ ਸਨ। ਦੂਜੇ ਦਿਹਾੜੇ ਮੈਂ ਉੱਥੋਂ ਲੰਘੀ ਤੇ ਉਸ ਜ਼ਨਾਨੀ ਨਾਲ ਗਿਲਾ ਕਰਦਿਆਂ ਆਖਿਆ, ਤੇਰੇ ਸੰਗੀਆਂ ਨੇ ਕੀ ਭੈੜ ਕੀਤਾ? ਕੱਲ੍ਹ ਮੇਰੇ ਘਰੋਂ ਸ਼ੈਂਪੂ ਤੇ ਸ਼ੇਵਿੰਗ ਦਾ ਸਮਾਨ ਚੁੱਕ ਕੇ ਲੈ ਗਏ। ਉਹ ਉੱਕਾ ਮੁੱਕਰ ਗਈ, ਸਗੋਂ ਕਸਮਾਂ ਖਾਣ ਲੱਗ ਪਈ, ਜੇ ਉਹ ਤੇ ਉਹਦੇ ਸੰਗੀ ਤੇ ਕਦੀ ਮੇਰੇ ਘਰ ਆਏ ਨਹੀਂ ਨਾ ਉਹ ਮੈਨੂੰ ਜਾਣਦੇ ਨੇ। ਫਿਰ ਆਖਣ ਲੱਗੀ, ਤੂੰ ਕਿੱਥੇ ਰਹਿੰਦੀ ਹੈ? ਮੈਂ ਸੋਚਿਆ ਇਹ ਜਾਂ ਤੇ ਹੁਣ ਨਸ਼ੇ ਵਿੱਚ ਜਾਂ ਉਸ ਵੇਲੇ ਸੀ। ਮੈਂ ਕੀ ਝੇੜਾ ਕਰਦੀ ਐਸੇ ਚੁੱਪ ਕਰਕੇ ਅੱਗੇ ਲੰਘ ਗਈ। ਲੰਡਨ ਵਿੱਚ ਇਹੋ ਜਿਹੇ ਗਰੁੱਪਾਂ ਦਾ ਆਮ ਲੁਕਾਈ ਨਾਲ ਤੇ ਕੋਈ ਝੇੜਾ ਨਹੀਂ ਹੁੰਦਾ, ਕਿਉਂ ਜੇ ਆਜ਼ਾਦ ਜੱਗ ਦੇ ਲੋਕੀ ਦੂਜਿਆਂ ਦੇ ਜੀਵਨ ਵਿੱਚ ਦਖਲ ਘੱਟ ਹੀ ਦਿੰਦੇ ਨੇ। ਫਿਰ ਉਹਨਾਂ ਕੋਲ ਐਡੀ ਵੇਲ ਵੀ ਨਹੀਂ ਹੁੰਦੀ ਇਹ ਸੋਚਣ ਦੀ ਕਿ ਦੂਜੇ ਕੀ ਕਰ ਰਹੇ ਨੇ। ਪਰ ਕਦੀ ਕੌਂਸਲ ਜ਼ਰੂਰ ਆਪਰੇਸ਼ਨ ਕਰਦੀ ਰਹਿੰਦੀ ਹੈ, ਜਿਹਦਾ ਕੰਮ ਨਸ਼ੇ ਵਿੱਚ ਧੁੱਤ ਰਾਉਂ ਕੁਰਾ ਪਏ ਲੋਕਾਂ ਦੀ ਭਲਾਈ ਹੁੰਦੀ ਹੈ। ਉਹ ਸਮਾਜ ਦੇ ਇਹਨਾਂ ਡਿੱਗੇ ਟੁੱਟੇ ਲੋਕਾਂ ਦੀ ਜ਼ਿਹਨੀ ਤੇ ਜਜ਼ਬਾਤੀ ਹਾਲਤ ਸੁਧਾਰਨ ਤੇ ਇਹਨਾਂ ਨੂੰ ਚੰਗੇ ਸੁਭਾਅ ਵੱਲ ਲਿਆਉਣ ਲਈ ਫੜ ਕੇ ਲੈ ਜਾਂਦੀ ਹੈ। ਨਫਸਿਆਤੀ ਤੇ ਦੂਜੇ ਡਾਕਟਰ ਇਹਨਾਂ ਨੂੰ ਇਲਾਜ ਰਾਹੀਂ ਨਸ਼ੇ 'ਚੋਂ ਕੱਢਣ ਦਾ ਆਰ ਕਰਦੇ ਨੇ, ਪਰ ਨਸ਼ਈ ਇਸ ਅਮਲ ਨੂੰ ਆਪਣੇ ਲਈ ਬਹੁਤ ਵੱਡੀ ਸਜ਼ਾ ਸਮਝਦੇ ਨੇ। ਇਸ ਲਈ ਛਾਪੇ ਦੀ ਸੂਹ ਲੱਗਣ 'ਤੇ ਕਈ ਦਿਹਾੜਿਆਂ ਤੱਕ ਗਾਇਬ ਹੋ ਜਾਂਦੇ ਜਾਂ ਵਕਤੀ ਤੌਰ 'ਤੇ ਠਿਕਾਣਾ ਬਦਲ ਲੈਂਦੇ ਨੇ ਤੇ ਕੁਝ ਦਿਹਾੜਿਆਂ ਮਗਰੋਂ ਫਿਰ ਉੱਥੇ ਹੀ ਆ ਜਾਂਦੇ ਨੇ। ਇਹਨਾਂ ਵਿਚਕਾਰ ਲੁਕਣ ਮਿੱਟੀ ਲੱਗੀ ਰਹਿੰਦੀ ਏ। ਕੌਂਸਲ ਵਾਲੇ ਦਵਾ ਦਾਰੂ ਰਾਹੀਂ ਇਹਨਾਂ ਨੂੰ ਨਾਰਮਲ ਕਰਨ ਦਾ ਆਰ ਕਰਦੇ ਰਹਿੰਦੇ ਨੇ ਤੇ ਇਹ ਪਰਤ ਕੇ ਫਿਰ ਉਂਝ ਹੀ ਨਸ਼ੇ ਵਿੱਚ ਡੁੱਬ ਜਾਣ ਦਾ ਯਤਨ। ਅਗਲੇ ਦਿਹਾੜੇ ਮੈਂ ਵੇਖਿਆ ਉਹ ਸਭ ਜ਼ਨਾਨੀਆਂ ਮਰਦ ਮੇਰੇ ਘਰੋਂ ਚੁੱਕੇ ਨਹਾਉਣ ਧੋਣ ਦੇ ਸਾਮਾਨ ਨਾਲ ਪਾਰਕ ਦੀ ਟੂਟੀ ਹੇਠ ਸਿਰ ਧੋ ਤੇ ਸ਼ੇਵ ਕਰਕੇ ਚੰਗੇ ਭਲੇ ਨਾਰਮਲ ਬੰਦੇ ਲੱਗ ਰਹੇ ਸਨ। ਮੈਂ ਖੁਸ਼ ਹੋ ਗਈ, ਚਲੋ ਇਹਨਾਂ ਦਾ ਕੁਝ ਤੇ ਗੰਦ ਮੁੱਕਿਆ, ਖੌਰੇ ਹੁਣ ਇਹ ਸਿੱਧੀ ਰਾਹ ਟੁਰ ਪੈਣ ਤੇ ਨਸ਼ਾ ਛੱਡ ਦੇਣ। ਪਰ ਉਸੇ ਦਿਨ ਪਿਛਲੇ ਪੈਰ ਫਿਰ ਮੇਰਾ ਬੂਹਾ ਇੰਝ ਜ਼ੋਰ ਨਾਲ ਵੱਜਿਆ ਕਿ ਬੂਹਾ ਖੋਲ੍ਹਣ ਤੋਂ ਪਹਿਲਾਂ ਹੀ ਧੜਕਾ ਜਿਹਾ ਲੱਗ ਗਿਆ ਕਿ ਅੱਜ ਖੈਰ ਨਹੀਂ। ਡਰਦੀ ਨੇ ਜਾ ਕੇ ਬੂਹਾ ਖੋਲ੍ਹਿਆ ਤੇ ਵੇਖਿਆ ਇਸ ਵਾਰੀ ਉਹ ਇਕੱਲੀ ਸਾਹਮਣੇ ਖਲੋਤੀ ਸੀ। ਮੈਂ ਉਹਨੂੰ ਵੇਖ ਕੇ ਬੂਹਾ ਢੋਣ ਲੱਗੀ ਤੇ ਉਹਨੇ ਹੱਥ ਜੋੜ ਦਿੱਤੇ।
ਬਹੁ ਦੁਖੀ ਲੱਗ ਰਹੀ ਸੀ। ਮੈਂ ਹੱਕੀ ਬੱਕੀ ਰਹਿ ਗਈ, ਪਰ ਉਹਦੇ ਖੇਖਣ ਚੇਤੇ ਕਰਕੇ ਰਾਹ ਡੱਕ ਕੇ ਖਲੋਤੀ ਰਹੀ। ਚੈਨ ਚੱਕ ਉਹ ਬੂਹੇ ਨੂੰ ਧੱਕਦੀ ਅੰਦਰ ਵੜਨ ਲੱਗੀ ਤੇ ਮੈਂ ਛੇਤੀ ਨਾਲ ਅੱਗੇ ਆ ਖਲੋਤੀ ਤੇ ਉਹਨੂੰ ਝਿੜਕ ਕੇ ਆਖਿਆ, ਹੁਣ ਕੀ ਚੋਰੀ ਕਰਨ ਆਈ ਏ ਤੇ ਹੋਰ ਨਸ਼ਈ ਕਿੱਥੇ ਨਹੀਂ? ਸੱਚੀ ਗੱਲ ਏ, ਮੈਂ ਦਿਲੋਂ ਇਹਨਾਂ ਅੰਗਰੇਜ਼ਾਂ ਤੋਂ ਰੱਜ ਨਫ਼ਰਤ ਕਰਦੀ ਸਾਂ, ਜਿਨ੍ਹਾਂ ਦਾ ਨਾ ਕੋਈ ਦੀਨ ਤੇ ਨਾ ਸ਼ਰਮ ਹਯਾ, ਨਾ ਲੱਥੀ ਦੀ ਤੇ ਨਾ ਚੜੀ ਦੀ। ਕਿੱਥੇ ਸਾਡੀਆਂ ਮਸ਼ਰਕ ਦੀਆਂ ਉੱਚੀਆਂ ਰੇਤਾਂ ਤੇ ਕਿੱਥੇ ਹੈ ਨੀਚ ਪਲੀਤ ਲੋਕ। ਮੀਆਂ ਬੀਵੀ ਸੌਂ ਕੇ ਵੀ ਨਹੀਂ ਨਹਾਉਂਦੇ, ਪਰਫਿਊਮ ਲਾ ਕੇ ਟੁਰ ਪੈਂਦੇ ਨੇ, ਤਾਂ ਹੀ ਇਹਨਾਂ ਦੀਆਂ ਹਵਾਵਾਂ ਵਿੱਚ ਗੰਦ ਘੁਲਿਆ ਹੋਇਆ ਹੈ। ਪਲੀਤੀ ਖਿਲਰੀ ਹੋਈ ਹੈ, ਉੱਪਰੋਂ ਸੁਥਰੇ ਤੇ ਚਿੱਟੇ ਪਰ ਅੰਦਰੋਂ ਪਲੀਤ। ਇਹ ਪੈਰਾ ਦੁਬਾਰਾ ਕਰਨਾ ਪਏਗਾ। ਸੱਚੀ ਗੱਲ ਹੈ ਨਾ। ਹੋਏ ਇਹਦੇ 'ਚ ਫਿਰ ਤੂੰ ਕੱਟ ਲਏਗਾ ਸਹੀ ਕਰ? ਕਿਸ ਤਰ੍ਹਾਂ? ਮੈਮ ਫੇਡ ਕਰ ਲਾਂਗਾ। ਹੈ ਫੇਡ ਕਰ ਲਾਂਗਾ। ਕਿਸ ਤਰ੍ਹਾਂ? ਡਿਪ ਟੂ ਬਲੈਕ ਵਿੱਚੋਂ ਕੱਟ ਦੇਣਾ ਤੇ ਜਿੰਨਾ ਪੋਰਸ਼ਨ ਹੈ ਉੱਥੇ ਫਿਰ ਕੀ ਕਰਦਾ ਔਰ ਡਿਪ ਟੂ ਬਲੈਕ ਲਾ ਕੇ ਥੋੜੀ ਲੇਕਿਨ ਬਹੁਤਾ ਨਾ ਕੱਟ ਦੇਂਗੇ ਤੇਰੇ। ਅੱਛਾ ਚਲੋ। ਹੁਣ ਕੀ ਚੋਰੀ ਕਰਨ ਆਈ ਏ ਤੇ ਹੋਰ ਨਸ਼ਈ ਕਿੱਥੇ ਨਹੀਂ? ਸੱਚੀ ਗੱਲ ਹੈ, ਮੈਂ ਦਿਲੋਂ ਇਹਨਾਂ ਅੰਗਰੇਜ਼ਾਂ ਤੋਂ ਰੱਜ ਨਫ਼ਰਤ ਕਰਦੀ ਸਾਂ, ਜਿਨ੍ਹਾਂ ਦਾ ਨਾ ਕੋਈ ਦੀਨ ਤੇ ਨਾ ਸ਼ਰਮ ਹਯਾ, ਨਾ ਲੱਥੀ ਦੀ ਤੇ ਨਾ ਚੜੀ ਦੀ। ਕਿੱਥੇ ਸਾਡੀਆਂ ਮਸ਼ਰਕ ਦੀਆਂ ਉੱਚੀਆਂ ਰੀਤਾਂ ਤੇ ਕਿੱਥੇ ਹੈ ਨੀਚ ਪਲੀਤ ਲੋਕ। ਮੀਆਂ ਬੀਵੀ ਸੌਂ ਕੇ ਵੀ ਨਹੀਂ ਨਹਾਉਂਦੇ, ਪਰਫਿਊਮ ਲਾ ਕੇ ਟੁਰ ਪੈਂਦੇ ਨੇ, ਤਾਂ ਹੀ ਇਹਨਾਂ ਦੀਆਂ ਹਵਾਵਾਂ ਵਿੱਚ ਗੰਦ ਘੁਲਿਆ ਹੋਇਆ ਹੈ। ਪਲੀਤੀ ਖਿਲਰੀ ਹੋਈ ਹੈ, ਉੱਪਰੋਂ ਸੁਥਰੇ ਤੇ ਚਿੱਟੇ ਪਰ ਅੰਦਰੋਂ ਪਲੀਤ ਕੋਝੇ ਤੇ ਬਦਬੂਆਂ ਭਰੇ। ਕਦੀ ਰਸ਼ ਕਾਰਨ ਟ੍ਰੇਨ ਵਿੱਚ ਕਿਸੇ ਗੋਰੀ ਦੇ ਬਹੁ ਨੇੜੇ ਬਹਿਣਾ ਪੈ ਜਾਵੇ ਤੇ ਮੁਸ਼ਕ ਨਾਲ ਸਾਹ ਬੰਦ ਹੋਣ ਲੱਗ ਪੈਂਦਾ। ਕਸਮੇ ਵਾਸਤਾ ਹੀ ਮੈਨੂੰ 2 ਮਿੰਟ ਲਈ ਅੰਦਰ ਆਵਣ ਦੇ, ਨਹੀਂ ਤੇ ਕੌਂਸਲ ਵਾਲੇ ਮੈਨੂੰ ਫੜ ਕੇ ਲੈ ਜਾਵਣਗੇ, ਉਹਨੇ ਤਰਲਾ ਕਰਦਿਆਂ ਆਖਿਆ। ਉਹਦੇ ਮੁਖ ਤੇ ਬੇਚਾਰਗੀ ਦਾ ਧੂੰਆਂ ਵੇਖ ਕੇ ਹੋਰੇ ਕਿੰਜ ਮੈਂ ਇੱਕ ਪਾਸੇ ਹੋ ਗਈ ਤੇ ਉਹ ਨੱਸ ਕੇ ਇੱਕ ਸੋਫੇ ਤੇ ਢਹਿ ਪਈ। ਗੱਲਬਾਤ ਸ਼ੁਰੂ ਹੋਈ ਤੇ ਮੈਂ ਮਹਿਸੂਸਿਆ ਕਿ ਉਹ ਬਹੁਤ ਚੱਜ ਨਾਲ ਅਲਹਮਦੁਲਿਲਾ, ਮਾਸ਼ਾਅੱਲਾ ਤੇ ਇਨਸ਼ਾਅੱਲਾ ਦੇ ਅੱਖਰ ਬੋਲਦੀ ਏ। ਸ਼ਕਲੋਂ ਤੇ ਮਸ਼ਰਕ ਨਾਲ ਉਹਦਾ ਕਿਸੇ ਪਾਸਿਓਂ ਕੋਈ ਸੰਬੰਧ ਨਹੀਂ ਦਿਸਦਾ ਸੀ। ਫਿਰ ਵੀ ਮੈਂ ਸੋਚਿਆ, ਪੁੱਛਣ 'ਚ ਕੀ ਹਰਜੇ, ਹੋਰੇ ਪਿੱਛੋਂ ਮੁਸਲਮਾਨ ਹੀ ਨਾ ਹੋਵੇ। ਕੀ ਤੂੰ ਮੁਸਲਮਾਨ ਹੈ? ਮੈਂ ਪੁੱਛਿਆ। ਨਹੀਂ, ਹੁਣ ਮੈਂ ਕੁਝ ਵੀ ਨਹੀਂ। ਹਲੇ ਤੀਕਰ ਉਹ ਥਰ ਥਰ ਕੰਬ ਰਹੀ ਸੀ। ਕੁਝ ਚਿਰ ਚੁੱਪ ਚਪੀਤੀ ਬੈਠੀ ਰਹੀ, ਫਿਰ ਬੋਲੀ, ਹੁਣ ਮੈਂ ਕਿਸੇ ਮਜ਼ਹਬ ਨੂੰ ਮੰਨਦੀ ਹੀ ਨਹੀਂ, ਪਰ ਇੱਕ ਵੇਲੇ ਮੈਂ ਪੱਕੀ ਮਜ਼ਹਬੀ ਹੋ ਗਈ ਸਾਂ। ਮੇਰਾ ਲਹਿਜਾ ਢਿੱਲਾ ਹੋ ਗਿਆ। ਹੋਰੇ ਮੈਨੂੰ ਉਹਦੇ ਮੁਸਲਮਾਨ ਹੋਣ ਦੀ ਖੁਸ਼ੀ ਸੀ ਜਾਂ ਉਹਦੇ ਕਲਪਦੇ ਵਜੂਦ ਨੇ ਮੇਰਾ ਦਿਲ ਮੋਮ ਕਰ ਦਿੱਤਾ ਸੀ। ਸੱਚੀ ਗੱਲ ਏ, ਮੈਂ ਵੀ ਅੰਦਰੋਂ ਮੋਈ ਮੁੱਕੀ ਲੱਗਣ ਲੱਗ ਪਈ। ਮੈਨੂੰ ਲੱਗਾ ਉਹ ਵੀ ਮੈਂ ਹੀ ਹਾਂ। ਦਰਦ ਇੱਕ ਜਿਹਾ ਏ, ਜ਼ਖਮ ਵੱਖਰੇ ਨੇ। ਫਿਰ ਉਹ ਸ਼ੁਰੂ ਹੋ ਗਈ, ਭਰੀ ਹੋਈ ਸੀ, ਛਲਕ ਪਈ ਤੇ ਉਹਦਾ ਹਰ ਅੱਖਰ ਮੇਰੇ ਉੱਚੇ ਮਨਾਰਾਂ ਦੀਆਂ ਕੰਧਾਂ ਢਾਣ ਲੱਗ ਪਿਆ। ਉਹ ਗੱਲਾਂ ਕਰਦੀ ਕਰਦੀ ਚੁੱਪ ਕਰ ਜਾਂਦੀ ਤੇ ਫਿਰ ਕਿਧਰੋਂ ਹੋਦਰੋਂ ਕਹਾਣੀ ਦਾ ਗਵਾਚਿਆ ਸਿਰਾ ਸਾਹਮਣੇ ਲਿਆਉਣ ਦੇ ਯਤਨ ਵਿੱਚ ਹੋਠ ਚਿੱਥਣ ਲੱਗ ਪੈਂਦੀ। ਕਦੀ ਉਹ ਆਟੋ ਸਟਾਰਟ ਹੋ ਕੇ ਬੋਲਦੀ ਹੀ ਜਾਂਦੀ, ਮੈਂ ਵੀ ਉਹਨੂੰ ਡੱਕਣ ਦਾ ਆਰ ਨਾ ਕਰਦੀ, ਕਿਧਰੇ ਅੱਗੋਂ ਦੱਸਣ ਤੋਂ ਮੁੱਕਰ ਹੀ ਨਾ ਜਾਵੇ। ਜਦੋਂ ਉਹਦੇ ਅੱਖਰ ਹੌਕਿਆਂ ਥੱਲੇ ਆ ਕੇ ਮਰਨ ਲੱਗ ਪੈਂਦੇ, ਉਹ ਲੰਮੀ ਚੁੱਪ ਵੱਟ ਲੈਂਦੀ। ਉਸ ਵੇਲੇ ਮੇਰਾ ਵੀ ਸਾਹ ਘੁੱਟਣ ਲੱਗ ਪੈਂਦਾ। ਮੈਨੂੰ ਲੱਗਦਾ ਸਾਡੀ ਦੋਹਾਂ ਦੀ ਚੁੱਪ ਦੀਆਂ ਚੀਕਾਂ ਸੁਣ ਕੇ ਸਾਡੀ ਰੂਹ ਕਲਪਣ ਲੱਗ ਪਈ ਏ। ਅੱਜ ਉਹ ਵੇਲੀ ਵੀ ਸੀ ਤੇ ਡਾਢੀ ਦੁਖੀ ਵੀ, ਇਸ ਲਈ ਕਹਾਣੀ ਛੋ ਬੈਠੀ। ਖੌਰੇ ਮੈਨੂੰ ਸੁਣਾ ਰਹੀ ਸੀ ਜਾਂ ਆਪਣੇ ਆਪ ਨੂੰ। ਮੈਂ ਤੇ ਵਿੱਚ ਬਹੁਤ ਘੱਟ ਬੋਲੀ। ਉਹਨੂੰ ਵੀ ਇੰਜ ਲੱਗ ਰਿਹਾ ਸੀ, ਨਹੀਂ ਵਿਹਲੀ ਨਹੀਂ ਹੈ, ਉਹ ਕਿਹੜਾ ਅੱਗੇ ਕੰਮ ਕਰਦੇ ਸੀ।
ਮੈਨੂੰ ਇਹ ਖੌਫ ਆਉਂਦਾ ਪਿਆ ਬਲ ਤੂੰ ਅੱਗੇ ਪਿੱਛੇ ਨਾ ਕਰ ਦੇ ਗਾਣੇ। ਮੈਡਮ ਸਕ੍ਰਿਪਟ ਨਾਲ ਲੈ ਕੇ ਕਰਾਂਗਾ। ਅੱਛਾ ਚਲੋ ਜੀ ਮੈਮ। ਕਿ ਜਦੋਂ ਉਹਦੇ ਅੱਖਰ ਹੌਕਿਆਂ ਥੱਲੇ ਆ ਕੇ ਮਰਨ ਲੱਗ ਪੈਂਦੇ ਉਹ ਲੰਮੀ ਚੁੱਪ ਵੱਟ ਲੈਂਦੀ। ਉਸ ਵੇਲੇ ਮੇਰਾ ਵੀ ਸਾਹ ਘੁੱਟਣ ਲੱਗ ਪੈਂਦਾ। ਮੈਨੂੰ ਲੱਗਦਾ ਸਾਡੀ ਦੋਹਾਂ ਦੀ ਚੁੱਪ ਦੀਆਂ ਚੀਕਾਂ ਸੁਣ ਕੇ ਸਾਡੀ ਰੂਹ ਕਲਪਣ ਲੱਗ ਪਈ ਏ। ਅੱਜ ਉਹ ਇਕੱਲੀ ਵੀ ਸੀ ਅਤੇ ਡਾਢੀ ਦੁਖੀ ਵੀ, ਇਸ ਲਈ ਕਹਾਣੀ ਛੋ ਬੈਠੀ। ਖੌਰੇ ਮੈਨੂੰ ਸੁਣਾ ਰਹੀ ਸੀ ਜਾਂ ਆਪਣੇ ਆਪ ਨੂੰ। ਮੈਂ ਤੇ ਵਿੱਚ ਬਹੁਤ ਘੱਟ ਬੋਲੀ। ਉਹਨੂੰ ਵੀ ਇੰਝ ਲੱਗ ਰਿਹਾ ਸੀ ਜਿਵੇਂ ਉਹ ਦਿਲ ਦੀਆਂ ਕੰਧਾਂ ਢਾਣ ਦਾ ਆਰ ਕਰ ਰਹੀ ਏ, ਜਿੱਥੇ ਖੌਰੇ ਹੁਣ ਵੀ ਕਿਸੇ ਦੀ ਫੋਟੋ ਟੰਗੀ ਹੋਈ ਸੀ। ਮੈਂ ਪੁੱਛਿਆ, ਅੱਜ ਤਾਈਂ ਤੂੰ ਆਪਣਾ ਨਾਂ ਤੇ ਦੱਸਿਆ ਹੀ ਨਹੀਂ, ਤੇਰਾ ਨਾਂ ਕੀ ਹੈ? ਉਹ ਮੈਨੂੰ ਨੀਲੋ ਆਖਦਾ ਸੀ। ਉਸ ਅੱਖਾਂ ਨੀਵੀਆਂ ਕਰਕੇ ਦੱਸਿਆ। ਉਹ ਕੌਣ? ਮੈਂ ਪੁੱਛਿਆ। ਅਨਵਰ, ਮੇਰੀ ਹਯਾਤੀ 'ਚ ਆਉਣ ਵਾਲਾ ਪਹਿਲਾ ਮਰਦ, ਮੇਰੀ ਪਹਿਲੀ ਮੁਹੱਬਤ, ਮੇਰਾ ਪਹਿਲਾ ਇਕਰਾਰ ਅਤੇ ਮੇਰਾ ਪਹਿਲਾ ਖ਼ਾਬ। ਅੱਛਾ, ਮਤਬਲ ਸਭ ਕੁਝ। ਮੈਂ ਜ਼ਰਾ ਮਾਹੌਲ ਨਾਰਮਲ ਕਰਨ ਲਈ ਹੱਸ ਕੇ ਆਖਿਆ। ਪਰ ਉਹਦੇ ਧਿਆਨ ਦੀ ਬਾਰੀ ਕਿਸੇ ਹੋਰ ਪਾਸੇ ਖੁੱਲ੍ਹੀ ਹੋਈ ਸੀ, ਜਿੱਥੇ ਬਸ ਅੱਥਰੂ ਅਤੇ ਹਾਵਾਂ ਸਨ। ਇਸ ਲਈ ਉਹਨੇ ਮੇਰੀ ਗੱਲ ਸੁਣੀ ਅਣਸੁਣੀ ਕਰਦਿਆਂ 3 ਲਾਈਨਾਂ ਵਿੱਚ ਕਿੱਸਾ ਮੁਕਾ ਦਿੱਤਾ। ਮੈਂ ਅਨਵਰ ਨਾਂ ਦੇ ਇੱਕ ਮੁਸਲਮਾਨ ਮੁੰਡੇ ਨਾਲ ਸ਼ਾਦੀ ਕੀਤੀ ਅਤੇ ਮੁਸਲਮਾਨ ਹੋ ਗਈ। ਰੋਜ਼ੇ ਰੱਖਦੀ, ਨਮਾਜ਼ਾਂ ਪੜ੍ਹਦੀ ਅਤੇ ਅੰਗਰੇਜ਼ੀ ਤਰਜਮੇ ਵਾਲੇ ਕੁਰਾਨ ਦੀ ਤਲਾਵਤ ਵੀ ਕਰਦੀ ਸਾਂ। ਦੇਸੀ ਖਾਬੇ ਪਕਾਉਂਦੀ ਸਾਂ, ਕੜੀ, ਪਲਾਅ, ਦਾਲ ਚਾਵਲ, ਆਲੂ ਗੋਸ਼ਤ, ਪਕੌੜੇ, ਸਭ। ਨੀਲੋ ਇਹ ਆ ਕੇ ਚੁੱਪ ਕਰ ਗਈ, ਜਿਵੇਂ ਉਹਦੇ ਕੋਲ ਦੱਸਣ ਨੂੰ ਹੋਰ ਕੁਝ ਨਾ ਹੋਵੇ। ਪਰ ਮੈਂ ਸਭ ਕੁਝ ਜਾਣਨਾ ਚਾਹੁੰਦੀ ਸਾਂ, ਇਸ ਲਈ ਫਟ ਪੁੱਛਿਆ, ਪਹਿਲਾਂ ਇਹ ਤਾਂ ਦੱਸ ਕਿ ਤੈਨੂੰ ਅਨਵਰ ਕਿੱਥੇ ਅਤੇ ਕਿੰਜ ਮਿਲਿਆ, ਅਤੇ ਫਟਾਫਟ ਸ਼ਾਦੀ ਕਿੰਜ ਹੋਈ? ਕੀ ਚੱਕਰ ਸੀ? ਨਹੀਂ, ਫਟਾਫਟ ਸ਼ਾਦੀ ਨਹੀਂ ਹੋਈ ਸੀ। 2 ਸਾਲ ਸਾਡੀ ਦੋਸਤੀ ਰਹੀ। ਅਸਲ ਵਿੱਚ ਮੈਂ ਜਿਹੜੇ ਦਫ਼ਤਰ ਵਿੱਚ ਅਫਸਰ ਲੱਗੀ ਸਾਂ, ਅਨਵਰ ਉੱਥੇ ਹੀ ਕੰਮ ਕਰਦਾ ਸੀ। ਕੰਮ ਤਾਂ ਉਹਦਾ ਮਾਮੂਲੀ ਸੀ, ਪਰ ਉਹ ਆਪ ਮਾਮੂਲੀ ਨਹੀਂ ਸੀ। ਸੋਹਣੇ ਕੱਪੜੇ ਪਾਉਂਦਾ, ਸ਼ਕਲ ਵੀ ਰੱਬ ਨੇ ਰੱਜ ਕੇ ਚੰਗੀ ਦਿੱਤੀ ਸੀ ਉਹਨੂੰ। ਹੌਕਾ ਜਿਹਾ ਭਰ ਕੇ ਨੀਲੋ ਚੁੱਪ ਕਰ ਗਈ, ਪਰ ਛੇਤੀ ਹੀ ਬੋਲ ਪਈ। ਹਸਮੁਖ, ਨਸ ਭੱਜ ਕਰਨ ਵਾਲਾ, ਸਭ ਦੇ ਕੰਮ ਆਉਣ ਵਾਲਾ, ਹਾਸਾ ਮਸ਼ਕਰੀ ਕਰਨਾ ਅਤੇ ਦੂਜਿਆਂ ਨੂੰ ਖੁਸ਼ ਰੱਖਣਾ ਉਹਦਾ ਵਾਧੂ ਕੰਮ ਸੀ। ਜਦੋਂ ਵੀ ਕੋਈ ਦੁਖੀ ਦਿਸਦਾ ਜਾਂ ਕਿਸੇ ਨੂੰ ਵੱਡੇ ਬਾਸ ਕੋਲੋਂ ਝਿੜਕਾਂ ਪੈਂਦੀਆਂ, ਅਨਵਰ ਨੱਸ ਕੇ ਉਹਦੇ ਕੋਲ ਜਾ ਬਹਿੰਦਾ ਅਤੇ ਆਪਣੀਆਂ ਮਜ਼ਾਹੀਆ ਗੱਲਾਂ ਨਾਲ ਉਹਨੂੰ ਹਸਾ ਕੇ ਦਮ ਲੈਂਦਾ। ਤੈਨੂੰ ਕਦੋਂ ਲੱਗਾ ਕਿ ਤੂੰ ਉਹਨੂੰ ਚਾਹਣ ਲੱਗ ਪਈ ਹੈ? ਮੈਂ ਪੁੱਛਿਆ। ਮੈਨੂੰ ਇਹ ਪਤਾ ਲੱਗਣ ਤੋਂ ਪਹਿਲੋਂ ਇਹ ਸੂਹ ਲੱਗ ਗਈ ਸੀ ਕਿ ਉਹ ਮੈਨੂੰ ਦਿਲੋਂ ਚਾਹਣ ਲੱਗ ਪਿਆ ਹੈ, ਨੀਲੋ ਨੇ ਰਾਜ਼ਦਾਰੀ ਨਾਲ ਦੱਸਿਆ। ਉਹਦੇ ਮੁਖ 'ਤੇ ਖੁਸ਼ੀ ਦਾ ਬੱਦਲ ਝਾਅ ਕਰਕੇ ਲੰਘ ਗਿਆ। ਮੈਂ ਹੱਸ ਪਈ। ਮੁਹੱਬਤ ਦੇ ਜਜ਼ਬੇ ਵੀ ਕੀ ਸ਼ੈ ਹੁੰਦੇ ਨੇ, ਮੋਏ ਮੁੱਕੇ ਬੰਦੇ ਨੂੰ ਵੀ ਜੀਵਤ ਕਰ ਦਿੰਦੇ ਨੇ। ਭਾਵੇਂ ਉਹਨਾਂ ਦੇ ਨਾਲ ਕਿੰਨੇ ਪਛਤਾਵੇ ਜੁੜੇ ਹੋਵਣ, ਫਿਰ ਵੀ ਚੰਗੇ ਦਿਹਾੜਿਆਂ ਦੀ ਯਾਦ ਬੰਦੇ ਦੇ ਮੁਖ 'ਤੇ ਝੱਟ ਘੜੀ ਲਈ ਖੁਸ਼ੀ ਦੀ ਛਾਂ ਕਰ ਦਿੰਦੀ ਏ। ਮੈਂ ਖੁੱਲ੍ਹ ਕੇ ਜਾਣਨਾ ਚਾਹੁੰਦੀ ਸਾਂ, ਇਸ ਲਈ ਉਹਦੀਆਂ ਅੱਖਾਂ 'ਚ ਵੇਖਦਿਆਂ ਖੋਜੀ ਅੰਦਾਜ਼ ਵਿੱਚ ਆਖਿਆ, ਕਿੰਜ ਪਤਾ ਲੱਗਾ ਤੈਨੂੰ ਕਿ ਉਹ ਤੈਨੂੰ ਚਾਹਣ ਲੱਗ ਪਿਆ ਹੈ? ਕਈ ਵਾਰੀ ਮੈਂ ਚੈਨ ਚੱਕ ਉਹਦੇ ਵੱਲ ਵੇਖਿਆ ਅਤੇ ਉਹ ਬੜੀਆਂ ਮਿੱਠੀਆਂ ਨਜ਼ਰਾਂ ਨਾਲ ਮੈਨੂੰ ਵੇਖ ਰਿਹਾ ਹੁੰਦਾ ਸੀ। ਮੇਰੇ ਵੇਖਣ 'ਤੇ ਘਾਬਰ ਕੇ ਦੂਜੇ ਪਾਸੇ ਵੇਖਣ ਲੱਗ ਪੈਂਦਾ। ਇਹ ਦੱਸਦਿਆਂ ਨਿੰਮਾ ਹਾਸਾ ਨੀਲੋ ਦੇ ਮੁਖ 'ਤੇ ਖਿਲਰ ਗਿਆ, ਜਿਵੇਂ ਇੱਕਦਮ ਬਾਰੀ ਖੋਲ੍ਹੋ ਅਤੇ ਨਰਮ ਹਵਾ ਮੁਖ ਨੂੰ ਛੇੜ ਕੇ ਲੰਘ ਜਾਵੇ। ਅੱਛਾ, ਮੈਂ ਵੀ ਖੁਸ਼ ਹੋ ਕੇ ਆਖਿਆ। ਫਿਰ ਉਹ ਨਾਨ ਸਟਾਪ ਬੋਲਦੀ ਹੀ ਚਲੀ ਗਈ ਅਤੇ ਮੇਰੇ ਆਲ ਦੁਆਲ ਹੈਰਾਨੀ ਖਿਲਰਦੀ ਗਈ। ਆਖਣ ਲੱਗੀ, ਮੈਂ ਨੋਟ ਕੀਤਾ ਕਿ ਉਹ ਮੇਰੇ ਦਫ਼ਤਰ ਆਉਣ ਤੋਂ ਪਹਿਲੇ ਜਾਣ ਬੁੱਝ ਕੇ ਰਾਹ ਵਿੱਚ ਖਲੋਤਾ ਹੁੰਦਾ ਅਤੇ ਗੱਡੀ ਤੋਂ ਲਹਿੰਦਿਆਂ ਹੀ ਮੇਰੇ ਨਾਲ ਤੁਰਨ ਲੱਗ ਪੈਂਦਾ, ਜਾਂ ਮੇਰੇ ਹੱਥ 'ਚ ਜਿਹੜੇ ਕਾਗਜ਼ ਪੱਤਰ ਜਾਂ ਖਾਣ ਵਾਲਾ ਡੱਬਾ ਹੁੰਦਾ ਉਹ ਭੱਜ ਕੇ ਫੜ ਲੈਂਦਾ। ਇਸੇ ਤਰ੍ਹਾਂ ਛੁੱਟੀ ਵੇਲੇ ਵੀ ਉਹ ਟ੍ਰੇਨ ਦੇ ਸਟੇਸ਼ਨ ਤੱਕ ਮੇਰੇ ਨਾਲ ਜਾਣ ਲੱਗ ਪਿਆ। ਸਾਡਾ ਰੂਟ ਇੱਕ ਨਹੀਂ ਸੀ, ਪਰ ਉਹ ਕਿਸੇ ਕੰਮ ਦਾ ਬਹਾਨਾ ਕਰਕੇ ਹਰ ਦੂਜੇ ਦਿਨ ਮੇਰੇ ਨਾਲ ਬਹਿ ਜਾਂਦਾ, ਪਰ ਮੂੰਹੋਂ ਕੁਝ ਨਾ ਬੋਲਦਾ। ਹੌਲੀ ਹੌਲੀ ਉਹ ਮੇਰੇ ਨੇੜੇ ਆਇਆ ਅਤੇ ਫਿਰ ਇੱਕ ਦਿਹਾੜੇ
ਮੇਰੇ ਦਿਲ ਵਿੱਚ ਵੜ ਕੇ ਬਹਿ ਗਿਆ। ਮੈਨੂੰ ਹਰ ਪਾਸੇ ਉਹ ਹੀ ਦਿਸਣ ਲੱਗ ਪਿਆ, ਉਹ ਜਿਹੜਾ ਸਾਰੇ ਦਫ਼ਤਰ ਦਾ ਲਾਡਲਾ ਸੀ, ਮੇਰੀ ਜਿੰਦ ਜਾਨ ਬਣ ਗਿਆ। ਇਹ ਹੀ ਉਹ ਵੇਲਾ ਸੀ ਜਦੋਂ ਸਾਨੂੰ ਇੱਕ ਹੋ ਜਾਣਾ ਚਾਹੀਦਾ ਸੀ ਸਾਡੇ ਮੁਲਕ ਵਿੱਚ। ਤੇ ਜਦੋਂ ਕਿਸੇ ਨੂੰ ਕਿਸੇ ਨਾਲ ਪ੍ਰੇਮ ਹੋ ਜਾਏ, ਦੋਵਾਂ 'ਚੋਂ ਇੱਕ ਆਪਣਾ ਬਕਸਾ ਚੁੱਕ ਕੇ ਦੂਜੇ ਵੱਲ ਆ ਜਾਂਦਾ ਏ। ਅਨਵਰ ਤੇ ਮੇਰੇ ਵਿਚਕਾਰ ਹੁਣ ਬਹੁ ਪੀढ़ੀ ਦੋਸਤੀ ਤੇ ਪਿਆਰ ਵੱਧ ਗਿਆ ਸੀ। ਉਹ ਮੇਰੇ ਹੱਥ ਫੜ ਲੈਂਦਾ, ਮੇਰੇ ਗਾਲ ਚੁੰਮ ਲੈਂਦਾ ਤੇ ਮੈਂ ਵੀ ਗੱਡੀ ਵਿੱਚ ਉਹਦੀ ਬਾਂਹ ਫੜ ਕੇ ਹੀ ਬਹਿੰਦੀ ਸਾਂ। ਇੱਕ ਦਿਹਾੜੇ ਸਟੇਸ਼ਨ ਤੇ ਟ੍ਰੇਨ ਨੂੰ ਉਡੀਕਦਿਆਂ ਮੈਂ ਅਨਵਰ ਨੂੰ ਆਖਿਆ, ਮੈਂ ਚਾਹੁੰਦੀ ਹਾਂ ਅਸੀਂ ਇਕੱਠੇ ਰਹਿਣਾ ਸ਼ੁਰੂ ਕਰ ਦਈਏ। ਉਹਦੀਆਂ ਅੱਖਾਂ ਚਮਕ ਪਈਆਂ, ਹਾਸੇ ਦੇ ਫੁੱਲ ਸੋਹਣੇ ਦੰਦਾਂ 'ਚੋਂ ਡਿੱਗਣ ਲੱਗ ਪਏ। ਉਹ ਮੇਰੇ ਹੋਰ ਨੇੜੇ ਹੋ ਕੇ ਆਖਣ ਲੱਗਾ, ਮੈਂ ਤੇ ਕਿੰਨੇ ਚਿਰ ਤੋਂ ਇਹੋ ਸੁਪਨਾ ਵੇਖ ਰਿਹਾ, ਇਕੱਠੇ ਹੋਣ ਦਾ ਤੇ ਇਕੱਠੇ ਰਹਿਣ ਦਾ। ਫਿਰ ਮੈਂ ਪੁੱਛਿਆ, ਮੇਰਾ ਮਤਲਬ ਸੀ ਕਿ ਇਕੱਠੇ ਰਹਿਣ 'ਚ ਕੀ ਰੁਕਾਵਟ ਹੈ? ਸਾਨੂੰ ਨਿਕਾਹ ਕਰਨਾ ਪਵੇਗਾ। ਮੈਂ ਨਿਕਾਹ ਤੋਂ ਬਿਨਾਂ ਤੇਰੇ ਨਾਲ ਕਿਸੇ ਨਾਲ ਵੀ ਕੋਈ ਸੰਬੰਧ ਨਹੀਂ ਰੱਖ ਸਕਦਾ। ਉਸ ਆਪਣਾ ਅਖੀਰੀ ਫੈਸਲਾ ਸੁਣਾਇਆ, ਜਿਹਦੇ ਲਈ ਮੈਂ ਉੱਕਾ ਤਿਆਰ ਨਹੀਂ ਸਾਂ ਉਸ ਵੇਲੇ। ਪਰ ਤੂੰ ਤੇ ਮੈਨੂੰ ਚਿਮਟਿਆ ਰਹਿਣਾ ਏ, ਚੁੰਮਦਾ ਤੇ ਜੱਫੀਆਂ ਪਾਣਾ ਏ। ਮੈਂ ਹੈਰਾਨ ਹੋਈ, ਭਲਾ ਇਹ ਕੀ ਗੱਲ ਹੋਈ? ਐਡੀ ਕੁ ਹੀ ਖੁੱਲ੍ਹ ਜੀ ਸਾਡੇ ਮਜ਼ਹਬ ਵਿੱਚ। ਉਹਨੇ ਅੱਖਾਂ ਥੱਲੇ ਕਰਕੇ ਝੱਕਦਿਆਂ ਝੱਕਦਿਆਂ ਆਖਿਆ, ਹੋਰੇ ਕੀ ਕਾਰਨ ਸੀ ਕਿ ਮੈਂ ਵਿਆਹ ਕਰਨ ਤੋਂ ਝੱਕਦੀ ਸਾਂ? ਬਸ ਉਂਝ ਹੀ ਉਹਦੇ ਨਾਲ ਰਹਿਣ ਨੂੰ ਜੀ ਕਰਦਾ ਸੀ, ਜਿਵੇਂ ਸਾਡੇ ਦੇਸ਼ ਵਿੱਚ ਕੁੜੀਆਂ ਮੁੰਡੇ ਰਹਿੰਦੇ ਨੇ। ਲਿਖਤ ਪੜ੍ਹਤ ਵਾਲੇ ਵਿਆਹ ਦਾ ਰਿਵਾਜ ਹੀ ਕਦੋਂ ਸੀ ਹੁਣ? ਅਨਵਰ ਭਾਵੇਂ ਬਹੁ ਨੇਕ ਤੇ ਬੀਬਾ ਬੰਦਾ ਸੀ, ਪਰ ਫੇਰ ਵੀ ਵਿਦੇਸੀਆਂ ਉਚੇਚ ਕਰਕੇ ਪਾਕਿਸਤਾਨੀਆਂ ਨਾਲ ਵਿਆਹਾਂ ਦੀਆਂ ਕਹਾਣੀਆਂ ਮੈਂ ਬਹੁ ਸੁਣੀਆਂ ਹੋਈਆਂ ਸਨ। ਸਾਡੇ ਆਂਢ ਗੁਆਂਢ ਹੀ ਇੰਜ ਦੇ ਕਈ ਮਸਲੇ ਮੌਜੂਦ ਸਨ। ਮਰਦ ਝੂਠੀਆਂ ਮੁਹੱਬਤਾਂ ਪਾ ਕੇ ਨੈਸ਼ਨੈਲਿਟੀ ਮਿਲਦਿਆਂ ਹੀ ਅੱਖਾਂ ਫੇਰ ਲੈਂਦੇ ਤੇ ਗੋਰੀਆਂ ਕਾਲੇ ਬੱਚੇ ਸੰਭਾਲਦੀਆਂ ਹੱਥ ਮਲਦੀਆਂ ਰਹਿ ਜਾਂਦੀਆਂ। ਇਸ ਲਈ ਮੈਂ ਕੋਈ ਧੋਖਾ ਖਾਣਾ ਨਹੀਂ ਚਾਹੁੰਦੀ ਸਾਂ। ਗੱਲ ਤੇ ਠੀਕ ਹੈ, ਮੈਂ ਸੋਚਿਆ, ਪਰ ਮੂੰਹੋਂ ਕੁਝ ਨਾ ਬੋਲੀ। ਹੋਰੇ ਮੇਰੇ ਲਈ ਅਜੇ ਵੀ ਆਪਣੇ ਲੋਕਾਂ ਬਾਰੇ ਮਾੜੀ ਗੱਲ ਕਰਨਾ ਤੇ ਸੁਣਨਾ ਔਖਾ ਸੀ। ਮੈਨੂੰ ਸੋਚਾਂ ਵਿੱਚ ਗਵਾਚਦਿਆਂ ਵੇਖ ਕੇ ਨੀਲੋ ਮੇਰਾ ਹੱਥ ਹਿਲਾਇਆ ਤੇ ਆਖਣ ਲੱਗੀ, ਸੱਚੀ ਗੱਲ ਹੈ, ਮੇਰੇ ਨੇੜੇ ਧੋਖਾ ਦੇਣਾ ਤੇ ਧੋਖਾ ਖਾਣਾ ਸਭ ਤੋਂ ਵੱਡੀ ਬੁਰਾਈ ਤੇ ਬੇਈਮਾਨੀ ਹੈ। ਮੈਂ ਆਖਨੀ ਆ, ਨਾ ਕਿਸੇ ਨੂੰ ਧੋਖੇ ਵਿੱਚ ਰੱਖੋ ਤੇ ਨਾ ਹੀ ਕਿਸੇ ਨੂੰ ਇੰਨੀ ਢਿੱਲ ਦਿਓ ਕਿ ਤੁਹਾਨੂੰ ਧੋਖਾ ਦੇਵੇ। ਉਹਦੀ ਆਵਾਜ਼ ਕੁਝ ਉੱਚੀ ਹੋ ਗਈ। ਫਿਰ ਤੂੰ ਕੀ ਸੋਚਿਆ? ਮੈਂ ਉਹਦੀ ਤਕਰੀਰ ਤੋਂ ਅੱਕ ਕੇ ਆਖਿਆ। ਮੈਂ ਕਹਾਣੀ ਦੇ ਅੰਤ ਤੀਕਰ ਛੇਤੀ ਅੱਪੜਨਾ ਚਾਹੁੰਦੀ ਸਾਂ ਤੇ ਉਹ ਥਾਂ ਚੌਕੜੀ ਮਾਰ ਕੇ ਬਹਿ ਜਾਂਦੀ ਸੀ। ਅਸਲ 'ਚ ਮੈਨੂੰ ਇਹ ਡਰ ਸੀ ਕਿਧਰੇ ਉਹ ਚੈਨ ਚੱਕ ਉੱਠ ਕੇ ਨੱਸ ਨਾ ਜਾਵੇ ਤੇ ਮੁੜ ਅਗਲੇ ਦਿਨ ਮੈਨੂੰ ਪਛਾਣਨ ਤੋਂ ਹੀ ਮੁਨਕਰ ਹੋ ਜਾਵੇ। ਦੱਸਣੀ ਆ, ਪਹਿਲਾਂ ਮੈਨੂੰ ਇੱਕ ਗਲਾਸ ਪਾਣੀ ਤੇ ਦੇ, ਰੋਟੀ ਦਾ ਤੇ ਤੂੰ ਪੁੱਛਣਾ ਨਹੀਂ। ਉਹਨੇ ਐਡੀ ਅਪਨਾਈਅਤ ਨਾਲ ਆਖਿਆ ਜਿਵੇਂ ਅਸੀਂ ਗੂੜੀਆਂ ਸਖੀਆਂ ਹੋਵੀਏ। ਮੈਂ ਛੇਤੀ ਨਾਲ ਸੁੱਕੇ ਮੇਵੇ ਦੀ ਟਰੇ ਸਾਹਮਣੇ ਰੱਖੀ ਤੇ ਗਲਾਸ ਵਿੱਚ ਪਾਣੀ ਪਾ ਕੇ ਉਹਦੇ ਹੱਥ ਫੜਾਇਆ। ਉਹ ਨਦੀਦਿਆਂ ਵਾਂਗ ਮੇਵਾ ਖਾਣ ਲੱਗ ਪਈ। ਹੋਰੇ ਕਿੰਨੇ ਚਿਰ ਮਗਰੋਂ ਖਾ ਰਹੀ ਸੀ। ਫਿਰ ਆਪ ਹੀ ਬੋਲ ਪਈ। 4-5 ਦਿਨ ਲੰਘ ਗਏ, ਮੈਂ ਕੋਈ ਜਵਾਬ ਨਾ ਦਿੱਤਾ ਤੇ ਅਨਵਰ ਆਖਣ ਲੱਗਾ, ਜੇ ਤੂੰ ਵਿਆਹ ਨਹੀਂ ਕਰਨਾ ਚਾਹੁੰਦੀ ਜਾਂ ਤੈਨੂੰ ਮੇਰੇ ਤੇ ਇਤਬਾਰ ਨਹੀਂ ਤੇ ਠੀਕ ਹੈ, ਪਰ ਮੈਂ ਇਹ ਦੱਸ ਦਿਆਂ, ਮੈਂ ਕਿਸੇ ਹੋਰ ਨਾਲ ਕਦੀ ਵਿਆਹ ਨਹੀਂ ਕਰਾਂਗਾ। ਬਸ ਤੈਨੂੰ ਚਾਹੁੰਦਾ ਰਵਾਂਗਾ ਤੇ ਮੁੜ ਕੇ ਆਪਣੇ ਦੇਸ਼ ਟੁਰ ਜਾਵਾਂਗਾ, ਤੇਰੇ ਸਾਹਮਣੇ ਵੀ ਨਹੀਂ ਆਵਾਂਗਾ। ਅਨਵਰ ਦੀ ਦੁੱਖ ਭਰੀ ਆਵਾਜ਼ ਨਾਲੇ ਇੱਥੋਂ ਟੁਰ ਜਾਣ ਦਾ ਸੁਣ ਕੇ ਮੈਂ ਤਰਬਕ ਗਈ। ਮੇਰਾ ਦਿਲ ਕੰਬ ਗਿਆ, ਪਰ ਮੈਂ ਮੂੰਹੋਂ ਕੁਝ ਨਾ ਬੋਲ ਸਕੀ। ਸੋਚਾਂ ਵਿੱਚ ਪੈ ਗਈ। ਬਹੁ ਨੇਕ ਬੰਦਾ ਲੱਗਦਾ ਮੈਨੂੰ ਤੇਰਾ ਸੰਗੀ ਅਨਵਰ। ਮੈਂ ਹੋਰੇ ਆਪਣੇ ਹਮ ਮਜ਼ਹਬ ਦੀ ਵਡਿਆਈ ਕੀਤੀ ਜਾਂ ਕੁਝ ਹੋਰ ਵਜ੍ਹਾ ਕਾਰਨ ਆਖਿਆ, ਪਰ ਆਖਰ ਮੇਰੇ ਹੋਠਾਂ ਤੋਂ ਬਦੋ-ਬਦੀ ਕਿਰ ਗਏ ਸਨ। ਮੇਰੀ ਮਰਜ਼ੀ ਬਾਝੋਂ। ਉਹਨੇ ਮੇਰੀ ਗੱਲ ਤੇ ਧਿਆਨ ਦਿੱਤੇ ਬਿਨਾਂ ਆਖਿਆ, ਉਸ ਦਿਨ ਤੇ ਮੈਂ ਇੱਕ ਤਰ੍ਹਾਂ ਗੱਲ ਮੁਕਾ ਕੇ ਆ ਗਈ, ਪਰ ਛੁੱਟੀ ਦੇ 2 ਦਿਹਾੜੇ ਲੰਘਾਣੇ ਔਖੇ ਹੋ ਗਏ। ਮੈਨੂੰ ਹਰ ਪਾਸੇ ਉਹ ਦਿਸਣ ਲੱਗ ਪਿਆ। ਵਿਛੜਨ ਦੀ ਗੱਲ ਕਰਕੇ ਉਸ ਮੇਰੇ ਦਿਲ ਨੂੰ ਟੋਟੇ-ਟੋਟੇ ਕਰ ਦਿੱਤਾ ਸੀ। ਸੋਮਵਾਰ ਨੂੰ ਦਫ਼ਤਰ ਗਈ
ਤੇ ਗੱਡੀ ਤੋਂ ਲੈਂਦਿਆਂ ਹੀ ਉਸ ਆਪਣੀ PIA ਦੀ ਟਿਕਟ ਵਿਖਾਈ। ਤੂੰ ਟਿਕਟ ਵੇਖੀ? ਮੈਂ ਪੁੱਛਿਆ। ਟਿਕਟ ਤੇ ਮੈਂ ਨਹੀਂ ਵੇਖੀ ਸੀ। ਨੀਲੋ ਫੇਰ ਸੋਚਾਂ ਵਿੱਚ ਗਵਾਚ ਕੇ ਚੁੱਪ ਹੋ ਗਈ। ਸਿਰ ਖੁਰਕਦੀ ਕੁਝ ਚੇਤੇ ਕਰਦੀ ਬੋਲੀ, ਆਹੋ ਆਹੋ, ਉਹ ਇੱਕ ਲਿਫਾਫਾ ਸੀ PIA ਦਾ ਜਿਹਦੇ ਵਿੱਚ ਉਹਦੀ ਟਿਕਟ ਸੀ। ਉਸ ਹੱਥ ਵਿੱਚ ਉਹ ਲਿਫਾਫਾ ਫੜਿਆ ਹੋਇਆ ਸੀ ਤੇ ਮੈਨੂੰ ਵਿਖਾ ਕੇ ਬੋਝੇ ਵਿੱਚ ਪਾ ਲਿਆ ਤੇ ਨਾਲ ਹੀ ਆਖਣ ਲੱਗਾ, ਮੈਂ ਅਗਲੇ ਹਫ਼ਤੇ ਪਾਕਿਸਤਾਨ ਜਾ ਰਿਹਾ, ਜਿੱਥੇ ਕੋਈ ਇਤਬਾਰ ਨਾ ਕਰੇ ਉੱਥੇ ਕੀ ਰਹਿਣਾ। ਮੇਰੀ ਤੇ ਜਾਨ ਹੀ ਨਿਕਲ ਗਈ। ਮੈਂ ਉਹਦਾ ਹੱਥ ਫੜ ਲਿਆ ਤੇ ਆਖਿਆ, ਅੱਗੋਂ ਇਹੋ ਜਿਹੀ ਗੱਲ ਨਾ ਕਰੀ। ਫਿਰ ਦੂਜੇ ਦਿਨ ਅਸਾਂ ਨਿਕਾਹ ਕਰ ਲਿਆ। ਇੰਨੀ ਛੇਤੀ ਫੈਸਲਾ ਹੋਇਆ ਕਿ ਮੈਂ ਸ਼ਾਦੀ ਲਈ ਕੁਝ ਖਰੀਦਦਾਰੀ ਵੀ ਨਾ ਕਰ ਸਕੀ। ਤੇਰੇ ਘਰ ਵਾਲਿਆਂ ਇਜਾਜ਼ਤ ਦੇ ਦਿੱਤੀ? ਮੈਂ ਪੁੱਛਿਆ। ਨਹੀਂ, ਮੈਂ ਕਿਹੜਾ ਪੁੱਛਿਆ ਸੀ ਉਹਨਾਂ ਕੋਲੋਂ। ਕਿਉਂ? ਕੀ ਤੈਨੂੰ ਡਰ ਸੀ ਕਿ ਉਹ ਠਾਕਣਗੇ? ਆਹੋ, ਉਹ ਮੁਸਲਮਾਨਾਂ ਤੇ ਅਚੇਚ ਕਰਕੇ ਪਾਕਿਸਤਾਨੀਆਂ ਦੇ ਬਹੁ ਖਿਲਾਫ ਸਨ ਤੇ ਉਹਨਾਂ ਦੇ ਸਾਹਮਣੇ ਗੱਲ ਕਰਕੇ ਮੈਂ ਹੀਣਾ ਨਹੀਂ ਹੋਣਾ ਚਾਹੁੰਦੀ ਸਾਂ। ਫਿਰ ਤੂੰ ਘਰ ਛੱਡ ਦਿੱਤਾ ਹੋਣਾ? ਮੈਂ ਪੁੱਛਿਆ। ਆਹੋ, ਮੈਂ ਨਿਕਾਹ ਮਗਰੋਂ ਇੱਕ ਫਲੈਟ ਕਿਰਾਏ 'ਤੇ ਲਿਆ। ਚੰਗਾ ਵੱਡਾ ਫਲੈਟ ਸੀ। ਤੇਰੇ ਵਰਗੇ ਇੱਕ ਕਮਰੇ ਦੇ ਫਲੈਟ ਵਿੱਚ ਅਨਵਰ ਦਾ ਦਮ ਘੁੱਟਦਾ ਸੀ। ਉਹਨੇ ਮੇਰੇ ਨਿੱਕੇ ਜਿਹੇ ਫਲੈਟ ਦੇ ਨਿੱਕੇ ਜਿਹੇ ਕਮਰੇ ਨੂੰ ਅੱਖਾਂ ਵਿੱਚ ਤੋਲਦਿਆਂ ਆਖਿਆ। ਮੈਨੂੰ ਉਹਦਾ ਵੇਖਣਾ ਮੰਦਾ ਨਾ ਲੱਗਾ। ਫਿਰ ਵੀ ਮੈਂ ਮਸ਼ਕਰੀ ਕਰਨ ਦੇ ਅੰਦਾਜ਼ ਵਿੱਚ ਟੋਕ ਮਾਰਦਿਆਂ ਪੁੱਛਿਆ, ਵੱਡਾ ਫਲੈਟ ਕਿਉਂ? ਤੁਸੀਂ ਦੋ ਹੀ ਤੇ ਬੰਦੇ ਸੋ। ਅਨਵਰ ਮੈਨੂੰ ਆਪ ਆਖਿਆ, ਸਗੋਂ ਫਰਮਾਇਸ਼ ਕੀਤੀ ਸੀ ਕਿ ਫਲੈਟ ਜ਼ਰਾ ਮੌਕਲਾ ਤੇ ਕਮਰੇ 2-3 ਹੋਣੇ ਚਾਹੀਦੇ ਨੇ। ਉਹ ਪਹਿਲਾਂ ਕਿੱਥੇ ਰਹਿੰਦਾ ਸੀ? ਕਿਸੇ ਹੋਸਟਲ ਵਿੱਚ। ਅੱਛਾ, ਹੋਸਟਲ 'ਚ ਭਾਵੇਂ ਬੰਦਾ ਇੱਕ ਕਮਰੇ 'ਚ ਰਵੇ ਪਰ ਵਿਹੜਾ ਬਹੁ ਮੋਕਲਾ ਹੁੰਦਾ ਏ। ਮੈਂ ਹੋਸਟਲ ਦੀ ਵਡਿਆਈ ਕਰਦਿਆਂ ਆਖਿਆ, ਕਿਉਂ ਜੇ ਮੇਰੇ ਕੋਲ ਵੀ ਹੋਸਟਲ ਵਿੱਚ ਰਹਿਣ ਦਾ ਚੰਗਾ ਤਜਰਬਾ ਸੀ। ਇਸ ਵਿਚਕਾਰ ਮੈਂ ਘਰੋਂ ਆਪਣੀਆਂ ਕਿਤਾਬਾਂ, ਲੋੜ ਦੀਆਂ ਸ਼ੈਵਾਂ ਤੇ ਕੱਪੜੇ ਪੈਕ ਕਰਦੀ ਰਹੀ। ਉਸ ਦੱਸਿਆ। ਘਰ ਦੇ ਕਿਸੇ ਜੀਅ ਨੇ ਨਾ ਪੁੱਛਿਆ? ਨਹੀਂ, ਮੈਂ ਉਹਨਾਂ ਨੂੰ ਦੱਸ ਦਿੱਤਾ ਸੀ ਕਿ ਮੈਂ ਵੱਖ ਰਹਿਣਾ ਏ ਤੇ ਫਲੈਟ ਵੀ ਮੁੱਲ ਲੈ ਲਿਆ ਏ। ਮੇਰੇ ਹੁੰਦਿਆਂ ਹੀ ਮੇਰੇ ਨਿੱਕੇ ਭਰਾ ਨੇ ਮੇਰੇ ਕਮਰੇ ਨੂੰ ਖੇਡਣ ਵਾਲਾ ਕਮਰਾ ਬਣਾਉਣ ਦਾ ਆਰ ਵੀ ਛੋ ਲਿਆ ਸੀ। ਫਿਰ ਮੈਂ ਨਵੇਂ ਘਰ ਤੇ ਨਵੇਕਲੀ ਦੁਨੀਆ ਵਿੱਚ ਆ ਗਈ। ਮਾਂ ਪਿਓ ਤੇ ਸਾਕਾਂ ਨੂੰ ਕਈਆਂ ਦਿਹਾੜਿਆਂ ਮਗਰੋਂ ਪਤਾ ਲੱਗਾ ਕਿ ਮੈਂ ਨਿਕਾਹ ਕਰ ਚੁੱਕੀ ਹਾਂ। ਉਹਨਾਂ ਨੂੰ ਪੱਕ ਸੀ ਕਿ ਮੈਂ ਕਿਸੇ ਅੰਗਰੇਜ਼ ਨਾਲ ਜੀਵਨ ਕਰਾਂਗੀ, ਪਰ ਜਦੋਂ ਗੱਲ ਖੁੱਲ੍ਹੀ ਤੇ ਉਹਨਾਂ ਬਹੁ ਦੁੱਖ ਮਾਨਿਆ। ਪਰ ਮੈਨੂੰ ਕੀ ਪਰਵਾਹ ਸੀ? ਅਸੀਂ ਦੋ ਜੁੱਸੇ ਇੱਕ ਜਿੰਦ ਬਣ ਗਏ। ਅਨਵਰ ਐਡਾ ਵਫਾਦਾਰ ਤੇ ਸਦਰਾਂ ਨਾਲ ਭਰਿਆ ਬੰਦਾ ਸੀ ਕਿ ਮੈਨੂੰ ਪਰ ਲੱਗ ਗਏ। ਮੇਰਾ ਰੰਗ ਹੋਰ ਸੂਆ ਹੋ ਗਿਆ। ਉਹਨੂੰ ਅੰਗਰੇਜ਼ੀ ਖਾਬੇ ਚੰਗੇ ਨਹੀਂ ਸੀ ਲੱਗਦੇ, ਇਸ ਲਈ ਉਹ ਆਪਣੇ ਲਈ ਆਪ ਰੋਟੀ ਸਾਲਣ ਪਕਾਉਂਦਾ ਸੀ। ਉਹ ਖਾਣਾ ਬਣਾਉਣ ਦੇ ਨਾਲ ਨਾਲ ਮੈਨੂੰ ਆਪਣੀ ਮੁਹੱਬਤ ਦੇ ਵੰਨ ਸਵੰਨੇ ਰੰਗਾਂ ਵਿੱਚ ਰੰਗਦਾ ਰਿਹਾ ਤੇ ਇੱਕ ਦਿਨ ਮੈਂ ਮੁੱਕ ਹੀ ਗਈ ਕਸਮੇ। ਉਹ ਮੇਰੀਆਂ ਬੇਯਕੀਨ ਅੱਖਾਂ ਵਿੱਚ ਝਾਤੀ ਪਾ ਕੇ ਆਖਣ ਲੱਗੀ। ਇਸ ਵੇਲੇ ਵੀ ਕੁਝ ਭੁੱਲੇ ਰੰਗ ਉਹਦੇ ਮੁਖ 'ਤੇ ਆ ਬੈਠੇ ਸਨ। ਮੈਂ ਵੇਖਦੀ ਰਹਿ ਗਈ, ਕੁਝ ਆਖ ਨਾ ਸਕੀ। ਉਹ ਹੀ ਬੋਲਦੀ ਰਹੀ। ਆਖਣ ਲੱਗੀ, ਯਾਰ ਦੀ ਚਾਹ ਨੇ ਮੈਨੂੰ ਰੰਗ ਦਿੱਤਾ। ਹੁਣ ਮੇਰੀ ਵਾਰੀ ਸੀ। ਮੈਂ ਇੱਕ ਪਾਕਿਸਤਾਨੀ ਜ਼ਨਾਨੀ ਕੋਲੋਂ ਉੱਥੇ ਦੇ 8-10 ਖਾਸ ਖਾਬੇ ਬਣਾਉਣ ਦਾ ਚੱਜ ਸਿੱਖਿਆ। ਪੰਜਾਬੀ ਵੀ ਸਿੱਖਣ ਲੱਗ ਪਈ। ਮੇਰੇ ਦਫ਼ਤਰ ਵਿੱਚ ਹੀ ਕਈ ਸਿੱਖ ਕੁੜੀਆਂ ਕੰਮ ਕਰਦੀਆਂ ਸਨ। ਮੈਂ ਰੋਜ਼ ਉਹਨਾਂ ਕੋਲੋਂ ਪੰਜਾਬੀ ਦੇ ਕੁਝ ਅੱਖਰ ਸਿੱਖਣ ਲੱਗ ਪਈ। ਇਹ ਗੱਲ ਮੈਂ ਅਨਵਰ ਨੂੰ ਨਹੀਂ ਸੀ ਦੱਸੀ। ਸੋਚਿਆ ਪਾਕਿਸਤਾਨ ਜਾਵਾਂਗੀ ਤੇ ਉੱਥੇ ਪੰਜਾਬੀ ਬੋਲ ਕੇ ਸਭ ਨੂੰ ਹੈਰਾਨ ਕਰ ਦਿਆਂਗੀ। ਖੌਰੇ ਕਿਉਂ ਇੱਕ ਅੱਧ ਵਾਰੀ ਮੇਰੇ ਮੂੰਹ ਪੰਜਾਬੀ ਦੇ ਅੱਖਰ ਸੁਣ ਕੇ ਅਨਵਰ ਦੇ ਮੱਥੇ 'ਤੇ ਵੱਟ ਪੈ ਗਏ ਸਨ। ਮੈਨੂੰ ਲੱਗਾ ਉਹ ਵੀ ਆਪਣੀ ਬੋਲੀ ਨੂੰ ਦੂਜਿਆਂ ਵਾਂਗ ਹੀਣਾ ਸਮਝਦਾ ਹੈ। ਮੈਂ ਚੁੱਪ ਹੋ ਗਈ ਤੇ ਇਹਤਿਆਤ ਕਰਨ ਲੱਗ ਪਈ ਕਿ ਉਹਦੇ ਸਾਹਮਣੇ ਪੰਜਾਬੀ ਨਾ ਬੋਲਾਂ। ਸ਼ਾਦੀ ਮਗਰੋਂ ਵੀ ਅਨਵਰ ਉੱਥੇ ਕੰਮ ਕਰਦਾ ਰਿਹਾ। ਮੈਂ ਪੁੱਛਿਆ ਤੇ ਝੱਟ ਘੜੀ ਜਿਹੜੇ ਸੋਹਣੇ ਰੰਗ ਨੀਲੋ ਦੇ ਮੁਖ 'ਤੇ ਆਏ ਸਨ ਗਵਾਚ ਗਏ। ਆਖਣ ਲੱਗੀ, ਨਹੀਂ, ਹੁਣ ਉਹ ਮੇਰੇ ਦਫ਼ਤਰ ਕੰਮ ਨਹੀਂ ਕਰਦਾ ਸੀ। ਉਸ ਆਪਣੇ ਕਿਸੇ ਪਾਕਿਸਤਾਨੀ ਬੇਲੀ ਨਾਲ ਰਲ ਕੇ ਇੱਕ ਨਿੱਕਾ ਜਿਹਾ ਹੋਟਲ ਖੋਲ੍ਹਿਆ ਸੀ।
ਜਾਨ ਮਾਰ ਕੇ ਮਿਹਨਤ ਕਰ ਰਿਹਾ ਸੀ। ਉਹਦਾ ਬਸ ਇੱਕੋ ਸੁਪਨਾ ਸੀ ਕਿ ਉਹ ਇੰਨੇ ਪੈਸੇ ਇਕੱਠੇ ਕਰ ਲਵੇ ਕਿ ਆਪਣੇ ਟੱਬਰ ਨੂੰ ਇੰਗਲੈਂਡ ਦੀ ਸੈਰ ਕਰਾਵੇ। 8-9 ਮਹੀਨੇ ਬੜੇ ਕਮਾਲ ਲੰਘੇ। ਮੈਂ ਤੇ ਅਨਵਰ ਇੱਕ ਦੂਜੇ ਦੀ ਮੁਹੱਬਤ ਦਾ ਦਮ ਭਰਦੇ ਨਹੀਂ ਥੱਕਦੇ ਸਾਂ। ਉਂਝ ਤੇ ਹਰ ਵੇਖਣ ਵਾਲੀ ਅੱਖ ਮੇਰੇ ਹੁਸਨ ਦੀ ਗਵਾਹੀ ਦਿੰਦੀ ਸੀ, ਪਰ ਅਨਵਰ ਹਰ ਵੇਲੇ ਮੇਰੇ ਰੰਗ, ਨੈਣ ਨਕਸ਼, ਸੋਹਣੇ ਬਦਨ, ਭੂਰੇ ਬਾਲਾਂ ਤੇ ਨੀਲੀਆਂ ਅੱਖਾਂ ਦੀਆਂ ਵਡਿਆਈਆਂ ਕਰਦਾ ਨਾ ਥੱਕਦਾ। ਮੇਰੀਆਂ ਨੀਲੀਆਂ ਅੱਖਾਂ ਕਾਰਨ ਹੀ ਤੇ ਉਹਨੇ ਮੇਰਾ ਨਾਂ ਨੀਲੋ ਰੱਖਿਆ ਸੀ। ਸਾਡੇ ਵੱਲ ਤੇ ਨੀਲੀਆਂ ਅੱਖੀਆਂ ਆਲਿਆਂ ਬਾਰੇ ਮਸ਼ਹੂਰ ਹੈ ਕਿ ਉਹ ਬੇਵਫਾ ਹੁੰਦੇ ਨੇ। ਐਸ ਵੀ ਕੋਈ ਹੇਰਾ ਫੇਰੀ ਜ਼ਰੂਰ ਕੀਤੀ ਹੋਣੀ, ਤਾਂ ਹੀ ਇੱਥੇ ਅਪੜੀ ਹੈ। ਮੈਂ ਸੋਚਿਆ, ਪਰ ਮੇਰੀ ਸੋਚ ਤੋਂ ਬੇਪਰਵਾਹ ਉਹ ਬੋਲਦੀ ਰਹੀ। ਉਹ ਮੈਨੂੰ ਦਿਲੋਂ ਚਾਹੁੰਦਾ ਸੀ ਤੇ ਮੇਰੇ ਲਈ ਇਹ ਜੱਗ ਦੀ ਸਭ ਤੋਂ ਵੱਡੀ ਖੁਸ਼ੀ ਸੀ। ਐਡੀ ਮੁਹੱਬਤ ਪਾ ਕੇ ਮੈਂ ਤੇ ਉਹਦੇ ਤੇ ਨਿਸਾਰ ਹੀ ਹੋ ਗਈ। ਉਹਦੀ ਰਜ਼ਾ ਮੇਰੀ ਰਜ਼ਾ ਬਣ ਗਈ। ਮੈਂ ਮਗਰਬ ਦਾ ਹਰ ਅਸਰ ਆਪਣੇ ਤਨ ਮਨ ਤੋਂ ਖੁਰਚ ਕੇ ਸੁੱਟ ਦਿੱਤਾ ਤੇ ਉਹਦਾ ਦਿੱਤਾ ਭੋਛਣ ਸੀਨੇ ਨਾਲ ਲਾ ਕੇ ਮਸ਼ਰਕ ਦੀਆਂ ਕਦਰਾਂ ਪੱਲੇ ਬੰਨ ਲਈਆਂ। ਮੈਂ ਵੱਡੇ ਸਰਕਾਰੀ ਦਫ਼ਤਰ ਵਿੱਚ ਜੌਬ ਕਰਦੀ ਸਾਂ ਤੇ ਉੱਥੇ ਮੇਰੀ ਚੰਗੀ ਭਲੀ ਤਨਖਾਹ ਸੀ। ਫਿਰ ਇਸ ਵਿਚਕਾਰ ਮੇਰੀ ਤਰੱਕੀ ਵੀ ਹੋ ਗਈ ਸੀ। ਗੁਜ਼ਾਰਾ ਹੁਣ ਚੰਗਾ ਹੋ ਰਿਹਾ ਸੀ। ਅਨਵਰ ਤੇ ਆਪਣੇ ਸਭ ਪੈਸੇ ਜਮ੍ਹਾਂ ਕਰ ਰਿਹਾ ਸੀ, ਜਦ ਕਿ ਮੈਂ ਆਪਣੀ ਤਨਖਾਹ 'ਚੋਂ ਘਰ ਦੇ ਖਰਚੇ ਕੱਢ ਕੇ ਹਰ ਮਹੀਨੇ ਕੁਝ ਰਕਮ ਅਨਵਰ ਦੀ ਮਾਂ ਨੂੰ ਵੀ ਘੱਲ ਦਿੰਦੀ ਸਾਂ। ਇੱਕ ਦਿਨ ਮੈਂ ਸੋਫੇ 'ਤੇ ਉਹਦੀ ਝੋਲੀ ਵਿੱਚ ਸਿਰ ਰੱਖ ਕੇ ਲੰਮੀ ਪਈ ਸਾਂ। ਉਹ ਟੀਵੀ ਘੱਟ ਤੇ ਮੈਨੂੰ ਬਹੁਤਾ ਵੇਖ ਰਿਹਾ ਸੀ। ਬਾਰ-ਬਾਰ ਮੇਰੇ ਹੱਥ ਚੁੰਮ ਰਿਹਾ ਸੀ। ਮੈਂ ਬੇਵੱਸੀ ਹੋਈ ਜਾ ਰਹੀ ਸਾਂ। ਉੱਠ ਕੇ ਉਹਦੇ ਗੱਲ ਲੱਗ ਗਈ। ਉਹਨੇ ਮੇਰਾ ਮੁੱਖ ਹੱਥਾਂ 'ਚ ਲੈ ਕੇ ਮੇਰੇ ਵੱਲ ਇੰਜ ਵੇਖਿਆ ਕਿ ਮੇਰੇ ਅੰਗ-ਅੰਗ ਵਿੱਚ ਸਰਸ਼ਾਰੀ ਪਹਿਲਾਂ ਪਾਉਣ ਲੱਗ ਪਈ ਤੇ ਮੇਰੇ ਮੁਖ 'ਤੇ ਖੁਸ਼ੀ ਦਾ ਬੱਦਲ ਵਸਣ ਲੱਗ ਪਿਆ। ਆਖਣ ਲੱਗਾ, ਮੇਰੀ ਇੱਕ ਅਰਜ਼ ਮੰਨੇਗੀ? ਮੈਂ ਕਿਹਾ, ਇਹ ਕੀ ਗੱਲ ਹੋਈ? ਖੁੱਲ੍ਹ ਕੇ ਦੱਸ, ਕੀ ਚਾਹੀਦਾ ਤੈਨੂੰ? ਆਖਣ ਲੱਗਾ, ਘਰ ਵਾਲਿਆਂ ਦੀ ਯਾਦ ਬਹੁਤ ਸਤਾਉਂਦੀ ਹੈ। ਜੇ ਤੂੰ ਚਾਹਵੇਂ ਤਾਂ ਉਹ 6 ਮਹੀਨੇ ਲਈ ਇੱਥੇ ਆ ਸਕਦੇ ਨੇ, ਆਸਾਨੀ ਨਾਲ। ਮੈਂ ਇਸਾਨਮੰਦ ਰਵਾਂਗਾ। ਮੈਂ ਕਿਹਾ, ਇਹ ਕੀ ਗੱਲ ਕੀਤੀ ਆ? ਨਾ ਘਬਰਾ, ਮੈਂ ਕੁਝ ਕਰਨੀ ਆ ਤੇ ਛੇਤੀ ਉਹ ਤੇਰੇ ਕੋਲ ਹੋਣਗੇ। ਉਹ ਖੁਸ਼ ਹੋ ਗਿਆ। ਮੈਂ ਕੁਝ ਹੀ ਮਹੀਨਿਆਂ ਵਿੱਚ ਸਾਰੀ ਡਾਕੂਮੈਂਟੇਸ਼ਨ ਕੀਤੀ ਤੇ ਉਹਨਾਂ ਨੂੰ ਬੁਲਾ ਲਿਆ। ਉਹ 3 ਲੋਕ ਸਨ, ਅਨਵਰ ਦੀ ਅੰਮਾ, ਭੈਣ ਸੁਰਈਆ ਤੇ ਮਸੇਰ ਅਜ਼ਰਾ। ਆਪਣੀ ਮਸੇਰ ਅਜ਼ਰਾ, ਜਿਹੜੀ ਵੇਖਣ 'ਚ ਵਾਹਵਾ ਸੋਹਣੀ ਕੁੜੀ ਲੱਗਦੀ ਸੀ, ਬਾਰੇ ਗੱਲ ਕਰਦਿਆਂ ਅਨਵਰ ਦੱਸਿਆ, ਨਿੱਕਿਆਂ ਹੁੰਦਿਆਂ ਇਹਦੇ ਨਾਲ ਮੇਰਾ ਰਿਸ਼ਤਾ ਕਰ ਦਿੱਤਾ ਗਿਆ ਸੀ। ਮੇਰੇ ਮਾਪਿਓ ਨੇ ਪੂਰੀ ਬਰਾਦਰੀ ਸਾਹਮਣੇ ਜ਼ਬਾਨ ਦਿੱਤੀ, ਇਸ ਲਈ ਇਹ ਹੁਣ ਸਾਡੀ ਜ਼ਿੰਮੇਵਾਰੀ ਬਣ ਗਈ ਹੈ। ਸਾਡੀ ਜ਼ਿੰਮੇਵਾਰੀ? ਮੈਂ ਸਮਝੀ ਨਹੀਂ। ਮੈਂ ਪੁੱਛਿਆ, ਇਹ ਮੇਰੀ ਮੰਗ ਹੈ। ਉਸ ਝੱਕਦਿਆਂ ਹੋਇਆ ਦੱਸਿਆ। ਮੈਂ ਹੈਰਾਨ ਹੋ ਗਈ। ਤੂੰ ਪਹਿਲਾਂ ਇਹ ਗੱਲ ਕਿਉਂ ਨਹੀਂ ਦੱਸੀ? ਤੂੰ ਤੇ ਆਖਿਆ ਸੀ ਮੇਰੀ ਮਸੇਰ ਦੇ ਅੱਗੇ ਪਿੱਛੇ ਕੋਈ ਨਹੀਂ ਤੇ ਉਹ ਮੇਰੇ ਮਾਪਿਆਂ ਨਾਲ ਰਹਿੰਦੀ ਹੈ, ਇਸ ਲਈ ਉਹ ਵੀ ਨਾਲ ਆਵੇਗੀ। ਆਹੋ, ਮੈਂ ਸੱਚ ਬੋਲਿਆ ਸੀ। ਮੇਰਾ ਤੇ ਮੇਰੀ ਭੈਣ ਦਾ ਵੱਟੇ ਸੱਟੇ ਦਾ ਰਿਸ਼ਤਾ ਹੋਇਆ ਸੀ, ਇਸ ਲਈ ਮੇਰੀ ਭੈਣ ਦੇ ਵਿਆਹ ਮਗਰੋਂ ਬਰਾਦਰੀ ਦੇ ਦਬਾਅ ਕਾਰਨ ਇਹ ਸਾਡੇ ਘਰ ਰਹਿਣ ਲੱਗ ਪਈ। ਮੇਰੇ ਤੇ ਇਹਦੇ ਵਿਚਕਾਰ ਕੋਈ ਸੰਬੰਧ ਨਹੀਂ, ਪਰ ਮੈਂ ਇਹਨੂੰ ਛੱਡ ਵੀ ਨਹੀਂ ਸਕਦਾ। ਫਿਰ ਵੀ ਮੇਰੇ ਨਾਲ ਵਿਆਹ ਤੋਂ ਪਹਿਲਾਂ ਤੈਨੂੰ ਇਹ ਸਭ ਕੁਝ ਦੱਸਣਾ ਚਾਹੀਦਾ ਸੀ। ਅਸਲ ਵਿੱਚ ਇਹ ਸਭ ਗੱਲਾਂ ਮੈਂ ਨਹੀਂ ਜਾਣਦਾ ਸਾਂ। ਮੇਰੇ ਇੱਥੇ ਆਉਣ ਮਗਰੋਂ ਮੇਰੀ ਭੈਣ ਦਾ ਵਿਆਹ ਹੋਇਆ ਤੇ ਅਜ਼ਰਾ ਦੇ ਪੇਕਿਆਂ ਇਹਨੂੰ ਵੀ ਵਿਦਿਆ ਕਰ ਦਿੱਤਾ। ਮੈਂ ਤੇ ਸਮਝਦਾ ਸਾਂ ਉਹ ਇਹਦਾ ਕਿਧਰੇ ਹੋਦਰ ਵਿਆਹ ਕਰ ਦੇਣਗੇ। ਤੈਨੂੰ ਪਤਾ ਹੈ, ਮੈਂ ਤੇ ਪਿਛਲੇ ਕਈ ਸਾਲਾਂ ਤੋਂ ਇੱਥੇ ਧੱਕੇ ਖਾ ਰਿਹਾ। ਬਗੈਰ ਨਿਕਾਹ ਤੋਂ ਕਿਵੇਂ ਰੁਖਸਤ ਹੋ ਕੇ ਆ ਗਈ? ਤੁਹਾਡੇ ਵਿੱਚ ਇੰਜ ਦੀ ਰਸਮ ਤੇ ਨਹੀਂ ਹੁੰਦੀ। ਮੈਨੂੰ ਗੱਲ ਪੱਲੇ ਨਾ ਪਈ। ਮੈਂ ਚੁੱਪ ਹੋ ਗਈ। ਬੰਦੇ ਨੂੰ ਕਿੰਜ ਵੰਡਿਆ ਜਾ ਸਕਦਾ ਹੈ? ਤੇ ਮੈਂ ਤੇ ਆਪ ਵੰਡਣ ਵਾਲੀ ਨੂੰ ਕੋਲ ਬੁਲਾ ਲਿਆ ਸੀ। ਜੇ ਮੈਂ ਇਹਨੂੰ ਨਾ ਬੁਲਾਉਂਦਾ ਤੇ ਮੇਰੀ ਭੈਣ ਨੂੰ ਤਲਾਕ ਹੋ ਜਾਂਦੀ, ਜਿਹੜੀ 2 ਬਾਲਾਂ ਦੀ ਮਾਂ ਬਣ ਚੁੱਕੀ ਹੈ। ਉਹਨੇ ਮੈਨੂੰ ਫਿਕਰਮੰਦ ਹੁੰਦਿਆਂ ਵੇਖ ਕੇ ਆਖਿਆ,
ਤੂੰ ਜਾਣਦੀ ਹੈ ਇਸਲਾਮ ਵਿੱਚ ਇੱਕ ਤੋਂ ਵੱਧ ਵਿਆਹਾਂ ਦੀ ਇਜਾਜ਼ਤ ਹੈ। ਫਿਰ ਮੈਂ ਤੇ ਬਸ ਮਾਪਿਓ ਦਾ ਕੌਲ ਨਿਭਾਉਣ ਲਈ ਨਾਲ ਰੱਖਣਾ ਚਾਹੁੰਦਾ ਹਾਂ। ਮੇਰੇ ਦਿਲ ਦੀ ਰਾਣੀ ਤੇ ਸਿਰਫ ਤੂੰ ਹੈ, ਉਹਨੇ ਬੜੇ ਲਾਡ ਨਾਲ ਆਖਿਆ। ਮੈਂ ਜਿਹੜੀ ਆਪਣੀ ਹਸਤੀ ਭੁੱਲੀ ਬੈਠੀ ਸਾਂ ਖੁਸ਼ ਹੋ ਗਈ। ਮੇਰੀ ਸੋਚ ਤੇ ਉਹਦੇ ਇਸ਼ਕ ਦਾ ਜਨੂਨ ਗਾਲਿਬ ਸੀ ਤੇ ਉਹਦੀ ਗਲਤੀ ਨਹੀਂ ਦਿਸਦੀ ਸੀ। ਮੇਰਾ ਭਰੋਸਾ ਐਡਾ ਪੱਕਾ ਸੀ ਕਿ ਸ਼ਾਦੀ ਦੀ ਗੱਲ ਤੇ ਰੁੱਸਣ ਤੇ ਖਫਾ ਹੋਣ ਦੀ ਥਾਂ ਮੈਂ ਖੁਸ਼ ਹੋ ਗਈ। ਵਾਹ ਕਿਆ ਪਾਗਲਪਨ ਹੈ, ਮੈਂ ਟੋਕਿਆ। ਅਨਵਰ ਮੈਨੂੰ ਹੋਰ ਵੀ ਚੰਗਾ ਲੱਗਣ ਲੱਗ ਪਿਆ। ਇਸ ਸੋਚ ਨੇ ਮੈਨੂੰ ਹੋਰ ਸਰਸ਼ਾਰ ਕਰ ਦਿੱਤਾ ਕਿ ਮੇਰਾ ਮਹਿਬੂਬ ਸ਼ੋਹਰ ਇੱਕ ਜ਼ਿੰਮੇਦਾਰ ਬੰਦਾ ਹੈ, ਉਹ ਆਪਣੇ ਕੌਲ ਨਿਭਾਉਣ ਵਾਲਾ ਹੈ। ਮੇਰਾ ਭਰੋਸਾ ਤੇ ਇਤਬਾਰ ਹੋਰ ਵੱਧ ਗਿਆ। ਜ਼ਾਹਿਰ ਹੈ ਇੱਥੇ ਕੋਈ ਵੀ ਬੰਦਾ 2 ਸ਼ਾਦੀਆਂ ਨਹੀਂ ਕਰ ਸਕਦਾ, ਤਾਂ ਮੈਂ ਇਹਨਾਂ ਦਾ ਜ਼ਬਾਨੀ ਇਸਲਾਮੀ ਹਵਾਲੇ ਨਾਲ ਨਿਕਾਹ ਕਰਾ ਦਿੱਤਾ। ਉਹ ਕੁਝ ਚਿਰ ਲਈ ਚੁੱਪ ਹੋ ਗਈ। ਪਰ ਨਿਕਾਹ ਦੇ ਥੋੜ੍ਹੇ ਦਿਨਾਂ ਮਗਰੋਂ ਜੀਵਨ ਦੇ ਢੰਗ ਬਦਲਣ ਲੱਗ ਪਏ। ਕੀ ਹੋਇਆ, ਮੈਂ ਪੁੱਛਿਆ। ਅਨਵਰ ਨੇ ਕੰਮ ਤੇ ਜਾਣਾ ਛੱਡ ਦਿੱਤਾ। ਉਹ ਹਰ ਵੇਲੇ ਆਪਣੀ ਨਵੀਂ ਜ਼ਨਾਨੀ ਦੇ ਨਾਜ਼ ਨਖਰੇ ਚੁੱਕਦਾ ਰਹਿੰਦਾ। ਮੈਂ ਇਕੱਲੀ ਕੰਮ ਕਰਦੀ ਤੇ ਹਫਤੇ ਨੂੰ ਮਿਲਣ ਵਾਲੀ ਸਾਰੀ ਤਨਖਾਹ ਅਨਵਰ ਮੇਰੇ ਕੋਲੋਂ ਲੈ ਕੇ ਨਵੀਂ ਵਹੁਟੀ ਨੂੰ ਫੜਾ ਦਿੰਦਾ। ਹੁਣ ਉਹ ਹੀ ਘਰ ਦੀ ਪ੍ਰਬੰਧਕਾਰ ਸੀ। ਵੇਲਾ ਲੰਘਦਾ ਰਿਹਾ। ਮੇਰਾ ਖਾਮਦ ਮਸਤੀ ਵਿੱਚ ਰੁੱਝਿਆ ਰਿਹਾ। ਉਹ ਉਹਨੂੰ ਸ਼ਹਿਰ ਵਿਖਾਉਣ ਦਾ ਦੱਸ ਕੇ ਮੌਜ ਮੇਲਾ ਕਰਨ ਲੈ ਜਾਂਦਾ। ਹੁਣ ਤੇ ਉਹਨੇ ਕਦੀ ਕਲੱਬ ਜਾਣਾ ਵੀ ਸ਼ੁਰੂ ਕਰ ਦਿੱਤਾ ਸੀ। ਇਹਨਾਂ ਫਜ਼ੂਲ ਖਰਚੀਆਂ ਮਗਰੋਂ ਘਰ ਵਿੱਚ ਚੰਗੀ ਭਲੀ ਤੰਗੀ ਹੋ ਗਈ। ਆਪੇ ਕੁਝ ਕਰਨ ਦੀ ਥਾਂ ਮੈਨੂੰ ਓਵਰ ਟਾਈਮ ਦਾ ਆਰਡਰ ਮਿਲਿਆ। ਮੈਂ ਉਹ ਵੀ ਮੰਨ ਲਿਆ। ਪਰ ਮੇਰੀ ਇਕੱਲੀ ਦੀ ਕਮਾਈ ਨਾਲ ਖਾਣ ਪੀਣ ਤੇ ਮੁਮਕਿਨ ਸੀ, ਅਯਾਸ਼ੀਆਂ ਨਹੀਂ। ਨੌਬਤ ਔਖੀਆਂ ਗੱਲਾਂ ਤੇ ਟੋਕਾਂ ਤੇ ਆ ਗਈ। ਮੈਂ ਸਹਿੰਦੀ ਰਹੀ ਕਿ ਹਾਲੇ ਵੀ ਮੇਰੀ ਆਸ ਤੇ ਮੇਰਾ ਭਰਮ ਕਾਇਮ ਸੀ ਕਿ ਜਦੋਂ ਅਜ਼ਰਾ ਪਰਤ ਜਾਵੇਗੀ ਤਾਂ ਅਨਵਰ ਪਹਿਲੇ ਜਿਹਾ ਹੋ ਜਾਵੇਗਾ। ਇਸ ਲਈ ਮੈਂ ਨਵੀਂ ਤਬਦੀਲੀ ਨਾਲ ਸਮਝੌਤਾ ਕਰ ਲਿਆ। ਦਫ਼ਤਰੋਂ ਮੋਈ ਮੁੱਕੀ ਘਰ ਆਉਂਦੀ ਤੇ ਸੱਸ ਨਾਲੇ ਨੰਦ ਮੇਰੇ ਹੱਥ ਪੈਰ ਘੁੱਟਣ ਲੱਗ ਪੈਂਦੀਆਂ, ਮੈਨੂੰ ਪਿਆਰ ਕਰਦੀਆਂ ਤੇ ਦੁਆਵਾਂ ਦਿੰਦੀਆਂ। ਉਹ ਦੋਵੇਂ ਨੇਕ ਦਿਲ ਤੇ ਚੰਗੇ ਵਿਹਾਰ ਵਾਲੀਆਂ ਬੀਬੀਆਂ ਸਨ। ਉਹਨਾਂ ਨੂੰ ਮੈਂ ਚੰਗੀ ਲੱਗਦੀ ਸਾਂ ਜਾਂ ਹੋਰੇ ਉਹ ਆਪਣੇ ਪੁੱਤਰ ਭਰਾ ਲਈ ਮੇਰਾ ਖਿਆਲ ਕਰਦੀਆਂ ਸਨ। ਮੈਂ ਕੁਝ ਨਾ ਬੋਲਦੀ, ਹੱਸ ਕੇ ਚੁੱਪ ਵੱਟ ਲੈਂਦੀ। ਰੋਬੋਟ ਹੀ ਬਣ ਗਈ ਸਾਂ। ਪਰ ਅਨਵਰ ਦੀ ਚਾਹਤ ਦਾ ਦੀਵਾ ਹਾਲੇ ਵੀ ਮੇਰੇ ਮਨ ਵਿੱਚ ਜਗਦਾ ਸੀ। ਤਾਂ ਹੀ ਤੇ ਜੀਵਤ ਸਾਂ। ਉਹ ਮੇਰਾ ਨਸ਼ਾ ਜੋ ਬਣ ਚੁੱਕਿਆ ਸੀ। ਨਜ਼ਰੀ ਨਾ ਪੈਂਦਾ ਤੇ ਸਾਹ ਉਤਲ ਪੁਤਲ ਹੋਣ ਲੱਗ ਪੈਂਦੇ। ਬਸ ਉਹਨੂੰ ਵੇਖ ਕੇ ਹੀ ਖੁਸ਼ ਸਾਂ। ਖੌਰੇ ਮੈਂ ਵੀ ਕੀ ਸ਼ੈ ਹਾਂ। ਨੀਲੋ ਰੋਂਦੀ ਰੋਂਦੀ ਹੱਸਣ ਲੱਗ ਪਈ। 3 ਮਹੀਨੇ ਲੰਘ ਗਏ। ਮੇਰੀ ਸੌਕਣ ਉਮੀਦ ਨਾਲ ਹੋਈ ਤੇ ਅਨਵਰ ਉੱਡਣ ਲੱਗ ਪਿਆ। ਮੈਂ ਹੈਰਾਨ ਰਹਿ ਗਈ। ਮੇਰੇ ਦਿਲ ਵਿੱਚ ਵੀ ਅਨਵਰ ਦੀ ਮੁਹੱਬਤ ਨੂੰ ਜਨਮ ਦੇਣ ਦਾ ਖਿਆਲ ਜਗਿਆ। ਅਨਵਰ ਨਾਲ ਗੱਲ ਕੀਤੀ ਤਾਂ ਰਿੰਝ ਹੋ ਕੇ ਆਖਣ ਲੱਗਾ, ਇਹਨੇ ਕੁਝ ਮਹੀਨਿਆਂ ਮਗਰੋਂ ਪਾਕਿਸਤਾਨ ਟੁਰ ਜਾਣਾ ਹੈ। ਉੱਥੇ ਇਕੱਲੀ ਕਿਵੇਂ ਰਵੇਗੀ? ਬੱਚਾ ਹੋਵੇਗਾ ਤੇ ਇਹਦਾ ਦਿਲ ਲੱਗਾ ਰਹੇਗਾ। ਮੈਂ ਝੱਲੀ ਫੇਰ ਗੱਲਾਂ ਵਿੱਚ ਆ ਗਈ। ਅਨਵਰ ਆਖਣ ਲੱਗਾ, ਇਸ ਵੇਲੇ ਤੂੰ ਬੱਚਾ ਜੰਮੇਗੀ ਤੇ ਕਮਾਏਗਾ ਕੌਣ? ਨਾਲੇ ਐਵੇਂ ਆਪਣਾ ਫਿਗਰ ਖਰਾਬ ਕਰਨਾ ਹੀ। 2-4 ਸਾਲ ਬਾਅਦ ਕਰ ਲੈਣਾ ਬੱਚਾ ਪੈਦਾ। ਨਹੀਂ, ਫਿਗਰ ਖਰਾਬ ਨਹੀਂ ਹੁੰਦਾ। ਮੈਨੂੰ ਬੱਚੇ ਚੰਗੇ ਲੱਗਦੇ ਨੇ। 2-4 ਸਾਲ ਬਾਅਦ ਕਿਉਂ? ਮੈਂ ਆਖਿਆ। ਮੇਰੀ ਜਾਨ, ਕੀ ਮੇਰਾ ਬੱਚਾ ਤੇਰਾ ਬੱਚਾ ਨਹੀਂ ਹੋ ਸਕਦਾ? ਉਹਨੇ ਮੈਨੂੰ ਗੱਲ ਨਾਲ ਲਾ ਕੇ ਆਖਿਆ। ਮੈਂ ਇੱਕਦਮ ਮੋਮ ਹੋ ਗਈ ਤੇ ਮਨੋਂ ਮੰਨ ਗਈ। ਜੇ ਕਦੇ ਮੈਂ ਤਨਖਾਹ ਲੈਣ ਮਗਰੋਂ ਆਪਣੇ ਲਈ ਕੋਈ ਪਰਸ ਜਾਂ ਕੱਪੜੇ ਲੀੜੇ ਲੈ ਆਉਂਦੀ ਤੇ ਦੋਵੇਂ ਜੀ ਮੈਨੂੰ ਇੰਝ ਵੇਖਦੇ ਜਿਵੇਂ ਮੈਂ ਬਹੁਤ ਵੱਡਾ ਜੁਰਮ ਕੀਤਾ ਹੋਵੇ। ਮੈਂ ਆਪ ਵੀ ਗਿਲਟੀ ਹੋ ਜਾਂਦੀ। ਮੈਨੂੰ ਉਹਦੇ ਨਾਲ ਮੁਹੱਬਤ ਸੀ ਤੇ ਹਲੇ ਤੀਕ ਇਹ ਪੱਕ ਵੀ ਸੀ ਕਿ ਉਹ ਵੀ ਮੇਰੇ ਨਾਲ ਹੀ ਮੁਹੱਬਤ ਕਰਦਾ ਹੈ। ਬਸ ਹਾਲਾਤ ਬਦਲਣ ਪਾਰੋਂ ਕੁਝ ਔਖਾ ਹੋ ਗਿਆ ਹੈ। ਉਹਦੀ ਨਵੀਂ ਵਹੁਟੀ ਨਾਲ ਤੇਰੀ ਬਣਦੀ ਸੀ? ਮੈਂ ਬੇਤੁਕਾ ਸਵਾਲ ਪੁੱਛਿਆ। ਨਾ ਲੱਗਦੀ ਤੇ ਨਾ ਬਣਦੀ। ਮੇਰੀ ਤੇ ਉਹਦੇ ਨਾਲ ਗੱਲਬਾਤ ਕੀ ਮੁਲਾਕਾਤ ਹੀ ਘੱਟ ਹੁੰਦੀ ਸੀ। ਮੈਂ ਦਫ਼ਤਰੋਂ ਸ਼ਾਮੀ ਜਿਸ ਵੇਲੇ ਘਰ ਜਾਂਦੀ ਸਾਂ ਉਸ ਵੇਲੇ ਉਹ ਆਪਣੇ ਕਮਰੇ ਵਿੱਚ ਹੁੰਦੀ ਸੀ। ਅਨਵਰ ਝਟਕੜੀ ਮੇਰੇ ਕੋਲ ਆ ਜਾਂਦਾ ਤੇ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਟੁਰ ਜਾਂਦਾ।
ਮੈਂ ਉਹਦੀਆਂ ਗੱਲਾਂ ਉਸ ਰਾਤ ਸੁਣੀਆਂ ਜਿਸ ਰਾਤ ਮੈਂ ਸੁਪਨੇ ਵਿੱਚ ਡਰ ਗਈ ਸਾਂ। ਮੈਨੂੰ ਤ੍ਰੇਹ ਵੀ ਲੱਗੀ ਸੀ ਤੇ ਦਿਲ ਵੀ ਘਾਬਰਿਆ ਹੋਇਆ ਸੀ। ਕਮਰੇ ਵਿੱਚ ਪਾਣੀ ਨਹੀਂ ਸੀ। ਕਮਰਾ ਵੀ ਕੀ ਸੀ, ਮੇਰੇ ਬੈੱਡਰੂਮ ਵਿੱਚ ਅਨਵਰ ਤੇ ਉਹਦੀ ਨਵੀਂ ਵਹੁਟੀ ਰਹਿੰਦੇ ਸਨ। ਮੈਂ ਉੱਪਰ ਇੱਕ ਸਟੋਰ ਨੂੰ ਬੈੱਡਰੂਮ ਬਣਾਇਆ ਹੋਇਆ ਸੀ। ਮੈਂ ਨੰਗੇ ਪੈਰੀਂ ਥੱਲੇ ਆਈ। ਥੋੜ੍ਹੇ ਜਿਹੇ ਖੁੱਲ੍ਹੇ ਬੂਹੇ 'ਚੋਂ ਅਨਵਰ ਦੀ ਆਵਾਜ਼ ਆਈ। ਖੌਰੇ ਕਿਉਂ ਮੇਰੇ ਕਦਮ ਜੰਮ ਗਏ। ਉਹ ਆਖ ਰਿਹਾ ਸੀ, ਅੰਗਰੇਜ਼ ਔਰਤ ਜਦੋਂ ਇਸ਼ਕ ਕਰਦੀ ਏ ਤੇ ਕੁਰਬਾਨੀ ਦੀਆਂ ਸਭ ਹੱਦਾਂ ਪਾਰ ਕਰ ਜਾਂਦੀ ਏ। ਇਹ ਕੀ ਆਖ ਰਿਹਾ ਏ? ਮੇਰੀ ਸੌਕਣ ਦੀ ਆਵਾਜ਼ ਆਈ। ਮੈਂ 2 ਪੌੜੀਆਂ ਹੋਰ ਥੱਲੇ ਆ ਕੇ ਸੁਣਨ ਲੱਗ ਪਈ। ਉਹ ਬੜਕ ਮਾਰ ਕੇ ਆਪਣੀ ਵਹੁਟੀ ਨੂੰ ਦੱਸ ਰਿਹਾ ਸੀ ਕਿ ਕਿੰਜ ਉਹਨੇ ਮੈਨੂੰ ਸ਼ੀਸ਼ੇ ਵਿੱਚ ਉਤਾਰਿਆ। ਪਰ ਉਹ ਬੜੀ ਸੋਹਣੀ ਹੈ, ਕੀ ਤੈਨੂੰ ਉਹਦੇ ਨਾਲ ਜ਼ਰਾ ਵੀ ਮੁਹੱਬਤ ਨਹੀਂ ਹੋਈ? ਅਜ਼ਰਾ ਨੇ ਪੁੱਛਿਆ। ਅਨਵਰ ਨੇ ਉੱਚਾ ਕਹਿਕਾ ਲਾਇਆ ਤੇ ਆਖਿਆ, ਮੁਹੱਬਤ? ਮੈਨੂੰ ਤੇ ਮੁਸ਼ਕ ਆਉਂਦੀ ਏ ਚਿੱਟੀ ਚਮੜੀ ਤੋਂ। ਹੁਸਨ ਤੇ ਬਸ ਕਣਕ ਵੰਨੀ ਰੰਗਤ ਵਿੱਚ ਏ। ਫਿਰ ਦੋਵੇਂ ਹੱਸਣ ਲੱਗ ਪਏ। ਪਰ ਇਹ ਤੇ ਦੱਸ, ਉਹਨੇ ਕਿੰਜ ਮੇਰੇ ਕਾਗਜ਼ ਬਣਵਾਏ, ਮਤਲਬ ਸੌਕਣ ਦੇ ਕਾਗਜ਼? ਅਜ਼ਰਾ ਨੇ ਪੁੱਛਿਆ। ਭਲੀਏ ਲੋਕੇ, ਮੈਂ ਐਡਾ ਝੱਲਾ ਵੀ ਨਹੀਂ। ਮੈਂ ਤੇ ਉਹਨੂੰ ਤੇਰੇ ਨਾਲ ਵਿਆਹ ਦਾ ਦੱਸਿਆ ਹੀ ਨਹੀਂ ਸੀ। ਤਾਂ ਹੀ ਤੇ ਸਾਰਾ ਡਰਾਮਾ ਮੁੜ ਕਰਨਾ ਪਿਆ। ਉਸ ਮੌਲਵੀ ਨੇ ਵੀ ਨਿਕਾਹ ਨਹੀਂ ਦੁਆ ਹੀ ਕੀਤੀ ਸੀ ਅਰਬੀ ਵਿੱਚ। ਦੋਵੇਂ ਮੁੜ ਹੱਸਣ ਲੱਗ ਪਏ। ਮਤਲਬ ਉਹਨੂੰ ਇਹ ਨਹੀਂ ਸੀ ਪਤਾ ਕਿ ਸਾਡਾ ਤੇ ਬਾਕਾਇਦਾ ਵਿਆਹ ਹੋ ਚੁੱਕਿਆ ਹੈ, ਗੱਜ ਵੱਜ ਕੇ। ਨਹੀਂ, ਹੌਲੀ ਬੋਲ, ਉਹ ਮਸ਼ਕਰੀ ਕਰਦਿਆਂ ਆਖਣ ਲੱਗਾ। ਬਸ ਅੰਮਾ ਤੇ ਅਜ਼ਰਾ ਤੂੰ ਹੁਸ਼ਿਆਰ ਰਵੀਂ, ਕਿਧਰੇ ਵੱਟੇ ਸੱਟੇ ਵਾਲਾ ਡਰਾਮਾ ਵੀ ਨਾ ਖੁੱਲ੍ਹ ਜਾਏ। ਉਹਨੂੰ ਪਤਾ ਨਾ ਲੱਗੇ ਕਿ ਮੈਂ ਇੱਕ ਵੱਡੀ ਭੈਣ ਵੀ ਬਣਾਈ ਹੋਈ ਏ। ਬਸ ਉਹਦੇ ਇੱਕ ਦਸਤਖਤ ਦੀ ਲੋੜ ਏ, ਫੇਰ ਪਤਾ ਲੱਗਦਾ ਸੂ ਤੇ ਲੱਗਦਾ ਰਵੇ, ਮੈਨੂੰ ਕੋਈ ਪਰਵਾਹ ਨਹੀਂ। ਉਦੋਂ ਤਾਈਂ ਉਹਦੇ ਹੱਥ ਚੁੰਮਦਾ ਰਵਾਂਗਾ। ਤੇ ਫੇਰ ਕੀ ਉਹਨੂੰ ਤਲਾਕ ਦੇ ਦੇਵੇਂਗਾ? ਉਹਨੇ ਪੁੱਛਿਆ। ਨਹੀਂ, ਐਡੀ ਕਮਾਊ ਬੁੱਢੀ ਨੂੰ ਕੌਣ ਛੱਡਦਾ। ਬਸ ਅੰਮਾ ਹਰ ਵੇਲੇ ਪਿੱਛੇ ਪਈ ਰਹਿੰਦੀ ਏ ਕਿ ਉਹਦੀ ਵੀ ਔਲਾਦ ਹੋਵੇ, ਪਰ ਮੈਂ ਇਹ ਗੱਲ ਨਹੀਂ ਮੰਨਣੀ। ਤੂੰ ਆਪਣਾ ਇਹ ਪਹਿਲਾ ਬੱਚਾ ਉਹਦੀ ਝੋਲੀ ਪਾ ਦੇਵੀਂ, ਪਾਲਦੀ ਰਹੇਗੀ। 6 ਮਹੀਨਿਆਂ ਮਗਰੋਂ ਮੈਨੂੰ ਭੇਜ ਤੇ ਨਹੀਂ ਦੇਵੇਂਗਾ? ਨਹੀਂ ਭਲੀਏ ਲੋਕੇ, ਮੈਂ ਪੱਕਾ ਕੰਮ ਕਰ ਲਿਆ ਹੈ ਤੇਰੇ ਰਹਿਣ ਦਾ। ਅੰਮਾ ਤੇ ਭੈਣ ਨੂੰ ਘੱਲ ਦਿਆਂਗਾ, ਤੈਨੂੰ ਹਸਪਤਾਲ ਦਾਖਲ ਕਰਾ ਦਿਆਂਗਾ। ਤੂੰ ਨਹੀਂ ਜਾ ਸਕਦੀ। ਜਦ ਇੱਥੇ ਬੱਚਾ ਜੰਮ ਲਏਂਗੀ ਫੇਰ ਕਿਸ ਕੱਢਣਾ? ਮੈਂ ਟੁੱਟ ਭੱਜ ਗਈ। ਖੋਰੇ ਸ਼ਦੈਣ ਹੋ ਗਈ। ਖਲੀ ਖਲੋਤੀ ਟੋਟੇ ਟੋਟੇ ਹੋ ਕੇ ਵਿਖਰ ਗਈ। ਸਿਰ ਫੜ ਕੇ ਬਹਿ ਗਈ। ਇੰਨਾ ਚਿਰ ਮੈਨੂੰ ਧੋਖਾ ਦਿੰਦਾ ਰਿਹਾ ਤੇ ਮੈਂ ਜਾਣ ਹੀ ਨਾ ਸਕੀ। ਮੈਨੂੰ ਉਹਦੇ ਮਨ ਦੀ ਸੂਹ ਵੀ ਨਾ ਲੱਗੀ, ਉੱਕਾ ਖਬਰ ਨਾ ਹੋਈ। ਮੈਨੂੰ ਵਰਤਿਆ ਗਿਆ, ਮੇਰੀ ਹਸਤੀ ਨੂੰ ਮਧੋਲਿਆ ਗਿਆ। ਹਰ ਬੰਦਾ ਆਪਣੀ ਫਿਤਰਤ ਕਾਰਨ ਅਮਲ ਕਰਦਾ ਏ। ਉਹਨੇ ਮੇਰਾ ਭਰੋਸਾ ਤੇ ਇਤਬਾਰ ਤਰੋੜਿਆ, ਪਰ ਮੈਂ ਅੰਗਰੇਜ਼ ਔਰਤ ਦਾ ਸਿਰ ਕਿੰਜ ਨੀਵਾਂ ਹੋਣ ਦਿੰਦੀ। ਮੈਂ ਡਿੱਗਦੀ ਮਰਦੀ ਉੱਤੇ ਗਈ, ਉਸ ਕਾਗਜ਼ 'ਤੇ ਦਸਤਖਤ ਕੀਤੇ ਜਿਹਦੇ ਕਾਰਨ ਅਗਲੇ ਮਹੀਨੇ ਉਹਦੀ ਨੈਸ਼ਨੈਲਿਟੀ 'ਤੇ ਮੋਹਰ ਲੱਗਣੀ ਸੀ। ਆਪਣਾ ਪਰਸ ਵੀ ਨਾ ਚੁੱਕਿਆ। ਜਿਸ ਘਰ ਵਿੱਚ ਮੇਰਾ ਮਾਣ ਟੁੱਟਾ, ਉਹਦੀ ਹਰ ਸ਼ੈ ਮੇਰੇ ਲਈ ਓਪਰੀ ਹੋ ਗਈ। ਥੱਲੇ ਵਾਲੇ ਕਮਰੇ 'ਚੋਂ ਹਾਲੇ ਵੀ ਹਾਸੇ ਮਾਹੌਲਾਂ ਦੀ ਆਵਾਜ਼ ਆ ਰਹੀ ਸੀ। ਮੇਰਾ ਤੇ ਕੋਈ ਵੀ ਨਹੀਂ ਸੀ। ਕੱਲਮ ਕੱਲੀ ਕਿਤੇ ਗੱਲ ਲੱਗ ਕੇ ਰੋਵਾਂ, ਚੀਕਾਂ। ਉਹਨਾਂ ਨਾਲ ਕੀ ਗੱਲ ਕਰਦੀ, ਰਿਸ਼ਤਾ ਹੀ ਨਾ ਰਿਹਾ ਤੇ ਗਿਲਾ ਕਿਆ। ਮਾਂ ਪਿਓ ਭੈਣ ਭਰਾ ਪਹਿਲਾਂ ਹੀ ਇਸ ਸ਼ਾਦੀ ਪਰੋਂ ਮੇਰੇ ਨਾਲ ਰਿੰਝ ਸਨ ਤੇ ਸੁਣਿਆ ਹੁਣ ਉਹ ਕਿਸੇ ਹੋਰ ਸ਼ਹਿਰ ਜਾ ਵਸੇ ਸਨ ਜਿਹਦੇ ਲਈ ਮੈਂ ਸਭ ਜੱਗ ਛੱਡਿਆ। ਉਹ ਮੈਨੂੰ ਕੀ ਸਮਝਦਾ ਸੀ। ਮੈਂ ਨੰਗੀ ਪੈਰੀਂ ਬਾਹਰ ਨਿਕਲ ਆਈ ਤੇ ਸੜਕ 'ਤੇ ਦੌੜਨਾ ਸ਼ੁਰੂ ਕਰਤਾ। ਹਾਲੇ ਵੀ ਕੋਈ ਗੱਡੀ ਆ ਜਾ ਰਹੀ ਸੀ। ਮੈਨੂੰ ਇਸ ਹਾਲਤ ਵਿੱਚ ਵੇਖ ਕੇ ਕੋਈ ਨਾ ਰੁਕਿਆ। ਫਿਰ ਮੈਂ ਇੱਥੇ ਅੱਪੜ ਗਈ। ਇਹ ਨਸ਼ੇ ਵਿੱਚ ਸਨ, ਪਰ ਮੇਰਾ ਦਰਦ ਜਾਣ ਗਏ। ਸਾਦੇ ਤੇ ਝੱਲੇ ਲੋਕੀ ਮੇਰਾ ਰੋਗ ਪਛਾਣ ਗਏ। ਸਭ ਮੇਰੇ ਆਲ ਦੁਆਲੇ ਹੋ ਗਏ। ਮੈਂ ਇਹਨਾਂ ਦੇ ਗੱਲ ਲਾ ਕੇ ਆਖਰੀ ਵਾਰੀ ਰੱਜ ਕੇ ਰੋਈ। ਇਹ ਵੀ ਰੋਂਦੇ ਰਹੇ। ਫਿਰ ਮੈਂ ਸਭ ਅਥਰੂ ਤੇ ਚੀਕਾਂ ਵਜੂਦ 'ਚੋਂ ਕੱਢ ਕੇ
ਸੜਕ 'ਤੇ ਸੁੱਟ ਦਿੱਤੀਆਂ ਤੇ ਇਹਦੇ ਨਾਲ ਹੀ ਹਰ ਖਾਹਿਸ਼ ਮੁੱਕ ਗਈ। ਫਿਰ ਤੂੰ ਵੀ ਨਸ਼ਾ ਕਰਨਾ ਸ਼ੁਰੂ ਕਰਤਾ। ਮੈਂ ਪੁੱਛਿਆ। ਉਹ ਨਸ਼ਾ ਨਹੀਂ, दारू ਸੀ। ਜੇ ਨਾ ਪੀਂਦੀ ਤੇ ਮੇਰੀਆਂ ਸ਼ਰੇਆਨਾਂ ਫਟ ਜਾਂਦੀਆਂ। ਉਸ ਦਿਨ ਤੋਂ ਮੈਂ ਇਸ ਭਲੇ ਮਾਨਸ ਟੱਬਰ ਦਾ ਹਿੱਸਾ ਹਾਂ। ਇਹ ਭਲੇ ਮਾਨਸ ਲੋਕ ਨੇ, ਤੂੰ ਇਹਨਾਂ ਨੂੰ ਭਲੇ ਮਾਨਸ ਸਮਝਣੀ ਹੈ ਜਿਨ੍ਹਾਂ ਵਿੱਚ ਜੱਗ ਦੀ ਹਰ ਬੁਰਾਈ ਹੈ। ਨਸ਼ਾ ਕਰਦੇ ਨੇ, ਝੂਠ ਬੋਲਦੇ ਨੇ। ਨਾ ਨਾ, ਇੰਜ ਨਾ ਆਖ। ਇਹ ਅੰਦਰੋਂ ਬਾਹਰੋਂ ਇੱਕ ਨੇ। ਲੋੜ ਵੇਲੇ ਕੋਈ ਸ਼ੈ ਚੁੱਕਦੇ ਨੇ। ਇਹਨਾਂ ਦਾ ਨਾ ਕੋਈ ਘਰ ਹੈ ਤੇ ਨਾ ਇਹਨਾਂ ਕੋਈ ਸ਼ੈ ਜ਼ਖੀਰਾ ਕਰਕੇ ਰੱਖੀ ਹੁੰਦੀ ਹੈ। ਕਿਸੇ ਨੂੰ ਧੋਖਾ ਨਹੀਂ ਦਿੰਦੇ। ਹੁਣ ਅਸੀਂ ਇੱਕ ਫੈਮਿਲੀ ਹਾਂ, ਸਾਰਾ ਦਿਨ ਇੱਥੇ ਪਏ ਰਹਿੰਦੇ ਹਾਂ। ਰਾਤੀ ਕਿਸੇ ਸਰਕਾਰੀ ਦਫ਼ਤਰ ਦੇ ਵਰਾਂਡੇ ਵਿੱਚ ਖਾਲੀ ਡੱਬਿਆਂ ਵਿੱਚ ਲੁੱਕ ਕੇ ਸੌਂ ਜਾਣੇ ਆ। ਰਾਤੀ ਕਿਸੇ ਸਰਕਾਰੀ ਦਫ਼ਤਰ ਦੇ ਵਰਾਂਡੇ ਵਿੱਚ ਖਾਲੀ ਡੱਬਿਆਂ ਵਿੱਚ ਲੁੱਕ ਕੇ ਸੌਂ ਜਾਂਦੇ ਆ, ਜਾਂ ਕੁਝ ਸੰਗੀਆਂ ਕੋਲ ਕੌਂਸਲ ਦੇ ਕਮਰੇ ਨੇ, ਉੱਥੇ ਵੜ ਜਾਂਦੇ ਆ। ਕੌਂਸਲ ਤੂੰ ਜਿਹੜਾ ਹਫ਼ਤਾ ਲੱਭਦਾ ਹੈ ਉਹਦਾ ਨਸ਼ਾ ਖਰੀਦਨੇ ਆ। ਬਾਕੀ ਸ਼ਾਵਾਂ ਇੱਧਰੋਂ ਉੱਧਰੋਂ ਮੰਗ ਤੰਗ ਕੇ ਜਾਂ ਚੋਰੀ ਕਰਕੇ ਗੁਜ਼ਾਰਾ ਕਰ ਲੈਂਦੇ ਆ। ਇਹ ਗੱਲ ਆਖਦਿਆਂ ਉਹ ਮੇਰੇ ਵੱਲ ਵੇਖ ਕੇ ਹੱਸੀ, ਫਿਰ ਉੱਠ ਖਲੋਤੀ। ਚੱਲਨੀ ਆ, ਕੌਂਸਲ ਵਾਲੇ ਟੁਰ ਗਏ ਹੋਣਗੇ। ਫਿਰ ਪਰਤੀ ਤੇ ਆਖਣ ਲੱਗੀ, ਤੂੰ ਮੈਨੂੰ ਵਾਹਵਾ ਪੜ੍ਹੀ ਲਿਖੀ ਸਮਝਦਾਰ ਬੰਦੀ ਦਿਸਣੀ ਏ। ਕੌਂਸਲ ਵਾਲਿਆਂ ਨੂੰ ਸਮਝਾ ਖਾਂ ਕਿਸੇ ਦਿਨ ਸਾਡੇ 'ਤੇ ਜ਼ੁਲਮ ਨਾ ਕਰਨ। ਅਸੀਂ 100 ਯਤਨ ਕਰਕੇ ਹੋਸ਼ ਗਵਾਉਂਦੇ ਹਾਂ ਅਤੇ ਇਹ 100 दारू ਕਰਕੇ ਮੁੜ ਸਾਨੂੰ ਹੋਸ਼ ਵਿੱਚ ਲਿਆਉਣ ਦਾ ਆਰ ਕਰਦੇ ਰਹਿੰਦੇ ਨੇ। ਉਹਨੇ ਹੱਥ ਜੋੜ ਕੇ ਤਰਲਾ ਕਰਦਿਆਂ ਆਖਿਆ, ਇਹਨਾਂ ਨੂੰ ਦੱਸ ਹੁਣ ਨਾਰਮਲ ਜੀਵਨ ਸਾਡੇ ਵੱਸ ਵਿੱਚ ਨਹੀਂ। ਸਾਨੂੰ ਹੋਸ਼ ਤੋਂ ਦੁਰਾਡੇ ਰਹਿਣ ਦੇਣ। ਪਛਤਾਵੇ ਦੇ ਹੋਸ਼ ਨਾਲੋਂ ਸੁੱਖ ਦੀ ਬੇਹੋਸ਼ੀ ਚੰਗੀ। ਉਸ ਦਿਨ ਦੇ ਮੈਂ ਵੀ ਆਪਣੇ ਆਪ ਤੋਂ ਸੰਗਣ ਲੱਗ ਪਈ ਹਾਂ। ਇਹਨਾਂ ਵਿੱਚ ਕਿੰਨੀ ਵਡਿਆਈ ਵਾਲੇ ਲੋਕ ਨੇ ਅਤੇ ਅਸੀਂ ਕੀ ਹਾਂ। ਉਸ ਦਿਨ ਦੀ ਮੇਰੀ ਵੀ ਨੀਂਦਰ ਗਵਾਚੀ ਹੋਈ ਹੈ। ਰੋਜ਼ ਗੋਲੀ ਖਾ ਕੇ ਸੌਂਦੀ ਹਾਂ, ਪਰ ਜਾਗਦੀ ਅੱਖੀਂ ਜਿਹੜੇ ਪਛਤਾਵੇ ਮੇਰੀ ਸੋਚ ਦੇ ਵਿਹੜੇ ਝੁੱਗੀ ਪਾ ਲਈ ਹੈ, ਉਹ ਸੁਪਨੇ ਵਿੱਚ ਵੀ ਸਾਹ ਘੁੱਟਣ ਲੱਗ ਪਿਆ ਹੈ। ਕਈ ਵਾਰੀ ਡਰ ਕੇ ਉੱਠ ਬਹਿੰਦੀ ਹਾਂ ਅਤੇ ਇੱਕ ਹੋਰ ਗੋਲੀ ਲੱਭਣ ਲੱਗ ਪੈਂਦੀ ਹਾਂ।